ਖਾਲਸਾ ਫਤਿਹ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸਾਧ ਸੰਗਤ ਜੀ, ਅੱਜ ਆਪਾਂ 1371 ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਗ 1371 ਤੋਂ ਲੈਣ ਲੱਗੇ ਹਾਂ ਜੀ। 138ਵਾਂ 138 ਸ਼ਲੋਕ ਹੈਗਾ ਕਬੀਰ ਜੀ ਦੀ ਬਾਣੀ। ਕਬੀਰ ਜੀ ਦੇ ਸ਼ਲੋਕ ਲੈ ਰਹੇ ਹਾਂ। ਕਬੀਰ ਕਾਲ ਕਰੰਤਾ ਅਬੈ ਕਰ, ਅਬ ਕਰਤਾ सोय ताल, पाछे कछु न होएगा जो सिर पर आवे काल। कबीर जी देखो किन्नी जबरदस्त आपां नूं ज्ञान कहंदे दे रहे आ। आपां कहने आ भी बई हाले तां जवानी हैगी आ, हाले की है, हाले तां बस जद बुढ़े होवांगे उदों जिहड़ा हैगा भगती कर लांगे। कबीर जी कहंदे भाई ਉਹ ਤੇਰਾ ਕੱਲ ਕਦੀ ਨਹੀਂ ਆਉਣਾ, ਉਹ ਭਗਤੀ ਕਰਨ ਦਾ ਟਾਈਮ ਤੇਰਾ ਕਦੀ ਨਹੀਂ ਆਉਣਾ। ਕਬੀਰ ਕਾਲ ਕਰਨ ਦਾ ਅਬੈ ਕਰ, ਕਹਿੰਦੇ ਜਿਹੜਾ ਕੱਲ ਦੇ ਉੱਤੇ ਛੱਡ ਰਿਹਾ ਨਾ ਕੱਲ ਕਰੂੰਗਾ, ਉਹਨੂੰ ਕਹਿੰਦੇ ਹੁਣੇ ਹੀ ਕਰ ਲਾ ਭਾਈ। ਕੱਲ ਵਾਲੀ ਚੀਜ਼ ਨੂੰ ਹੁਣੇ ਕਰ ਲਾ। ਅਬ ਕਰਤਾ ਸੋਏ ਤਾਲ, ਜਿਹੜੀ ਹੁਣ ਕਰਨੀ ਆ ਉਹਨੂੰ ਕਹਿੰਦੇ ਆ ਤਾਲੀ ਵਜਾਉਣ ਦੇ ਨਾਲ ਹੀ ਕਰ ਲਾ। ਬਸ ਐਸੇ ਟਾਈਮ ਤਾਲੀ ਵਜਾਉਣ ਜਿੰਨੇ ਟਾਈਮ ਸਮੇਂ 'ਚ ਸ਼ੁਰੂ ਕਰ ਦਿਆ ਉਹਨੂੰ। ਪਾਛੇ ਕਛੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ, ਕਹਿੰਦੇ ਬਾਅਦ ਵਿੱਚ ਨਹੀਂ ਕੁਛ ਹੋ ਸਕਦਾ ਪਿਆਰਿਆ। ਜਦ ਕਾਲ ਸਿਰ ਤੇ ਆ ਗਿਆ ਉਦੋਂ ਨਹੀਂ ਕੁਛ ਕਰ ਸਕਦਾ ਪਿਆਰਿਆ। ਦਰਵਾਜ਼ੇ ਨੂੰ ਅੱਗ ਲੱਗ ਗਈ ਫਿਰ ਤੂੰ ਕੀ ਕੱਢ ਲਏਗਾ ਵਿੱਚੋਂ ਦੀ। ਹਾਂਜੀ ਗੁਰਕੀ ਸਾਹਿਬ। ਠੀਕ ਹੈ ਸਾਧ ਸੰਗਤ ਜੀ, ਅੱਜ ਦੇ ਵਿਚਾਰ ਫਿਰ ਆਪਾਂ ਸ਼ੁਰੂ ਕਰਦੇ ਹਾਂ। ਇੱਥੇ ਉਹ ਕਹਿ ਰਹੇ ਨੇ ਕਬੀਰ ਕਾਲ ਕਰੰਤ ਅਬ ਕਰ, ਅਬ ਕਰਤਾ ਸੋਈ ਕਾਲ। ਕਹਿੰਦੇ ਜੋ ਤੂੰ ਕਰਨਾ ਹੈ ਕੱਲ ਅੱਜ ਹੀ ਕਰ ਲੈ, ਅੱਜ ਹੀ ਕਰ ਲਾ, ਬਸ ਹੁਣੇ ਕਰ ਲਾ। ਤੁਸੀਂ ਦੇਖੋ ਸਾਧ ਸੰਗਤ ਜੀ, ਤਿੰਨ ਚੀਜ਼ਾਂ ਦੇ ਵਿੱਚ ਨਾ ਆਪਣਾ ਮਨ ਜਿਹੜਾ ਉਲਝ ਜਾਂਦਾ ਹੈ। ਇੱਕ ਹੁੰਦੇ ਆਪਾਂ ਇਮੋਸ਼ਨਲ, ਸਾਡੇ ਅੰਦਰ ਫੀਲਿੰਗ, ਮੈਨੂੰ ਫਲਾਣੇ ਨੇ ਆਹ ਕਿਹਾ, ਮੈਨੂੰ ਟਿਮਕੇ ਨੇ ਇਹ ਕਿਹਾ, ਤੁਹਾਡੇ ਅੰਦਰ ਚਿੰਤਨ ਇਸ ਚੀਜ਼ ਦਾ ਚੱਲਦਾ ਹੈ। ਜੇ ਤੁਸੀਂ ਇਸ ਤੋਂ ਮੁਕਤ ਹੋਏ ਤੇ ਫਿਰ ਤੁਹਾਡੇ ਮਨ 'ਚ ਇੱਕ ਹੋਰ ਚੀਜ਼ ਆ ਜਾਏਗੀ, ਖਿਆਲੀ ਪਕੌੜੇ, ਸੁਪਨੇ। ਸੁਪਨਿਆਂ ਦੇ ਵਿੱਚ ਬੰਦੇ ਦਾ ਬਹੁਤ ਜ਼ਿਆਦਾ ਸਮਾਂ ਲੰਘ ਜਾਂਦਾ ਹੈ। ਉਹ ਮਿੱਠੂ ਰਾਮ ਦੇ ਆਂਡਿਆਂ ਵਾਂਗੂ ਉਹ ਚੀਜ਼ਾਂ ਪ੍ਰੈਕਟੀਕਲ ਨਹੀਂ ਹੁੰਦੀਆਂ। ਐਵੇਂ ਸਾਰਾ ਦਿਨ ਹੀ ਮਨ ਦੇ ਘੋੜੇ ਭਜਾਈ ਜਾਣੇ। ਕੋਈ ਖਰਚਾ ਕੋਈ ਨਹੀਂ ਨਾ ਹੁੰਦਾ, ਫਰੀ 'ਚ ਤੇ ਹੈਗੇ ਨਿਜਾ ਸਾਹਿਬ। ਕੋਈ ਇਨਵੈਸਟਮੈਂਟ ਥੋੜੀ ਆ ਉੱਥੇ, ਕਿਹੜੀ ਮਿਹਨਤ ਕਰਨ ਦੀ ਲੋੜ ਹੈ। ਬੈਠਾ ਬੈਠਾ ਕੋਠੀ ਬਣਾ ਲੈਂਦਾ, ਫਿਰ ਕੋਠੀ ਦੇ ਰੰਗ ਵੀ ਕਰ ਦਿੰਦਾ ਬੰਦਾ, ਫਿਰ ਉਹ ਦਰਵਾਜ਼ੇ 2 3 4 ਵੀ ਲਾ ਲੈਂਦਾ, ਪੌੜੀਆਂ ਏਦਾਂ ਦੀਆਂ ਨਹੀਂ ਏਦਾਂ ਦੀਆਂ ਬਣਾਉਂਗਾ। ਪਰ ਜਦੋਂ ਬਣਾਉਣਾ ਹੁੰਦਾ ਉਦੋਂ ਬਣਾ ਤੇ ਕੁਛ ਹੋਰ ਲੈਂਦਾ। ਪਰ ਪਹਿਲਾਂ ਜਿਹੜੇ ਸੁਪਨੇ ਹੁੰਦੇ ਆ ਉਹ ਬਸ ਸੁਪਨੇ ਹੁੰਦੇ ਆ। ਤੁਸੀਂ ਵੇਖੋ ਜ਼ਿੰਦਗੀ 'ਚ ਕਹਿੰਦੇ ਆ ਕਿ ਸਾਇੰਟਿਸਟ ਕਹਿੰਦੇ ਕਿ ਬੰਦਾ ਜਿੰਨੀ ਜ਼ਿੰਦਗੀ 'ਚ ਸੋਚ ਵਿਚਾਰ ਕਰਦਾ ਨਾ, ਉਹਦੇ 'ਚ ਕੇਵਲ 0.5% ਵੀ ਕਰਦੇ ਤੇ ਬੰਦਾ ਬਹੁਤ ਅਮੀਰ ਹੋ ਸਕਦਾ। ਪਰ 0.5 ਬਹੁਤ ਥੋੜਾ ਜਿਹਾ ਹੀ ਕਰ ਲਏ ਤੇ ਬਹੁਤ ਵੱਡੀ ਗੱਲ। ਪਰ ਬੰਦਾ ਸੋਚਦਾ ਹੈ, ਕਰਦਾ ਕਿੱਥੇ ਵੀ ਨਹੀਂ। ਤੁਸੀਂ ਦੇਖੋ ਕਦੇ ਵੀ ਤੁਸੀਂ ਜ਼ਿੰਦਗੀ 'ਚ ਸੋਚਿਆ ਹੈ ਨਾ, ਤੁਸੀਂ ਪ੍ਰੈਕਟੀਕਲ ਟਾਈਮ ਤੇ ਕੀਤਾ ਹੀ ਨਹੀਂ ਹੈ। ਨਹੀਂ, ਉਦੋਂ ਉੱਥੇ ਉਹ ਕੁਝ ਹੋਰ ਹੀ ਕਰਦਾ। ਉਸ ਤੋਂ ਅੱਗੇ ਇੱਕ ਹੋਰ ਅਵਸਥਾ ਆ ਜਾਂਦੀ ਹੈ ਜਿਹਨੂੰ ਕਹਿੰਦੇ ਇਮੈਜੀਨੇਸ਼ਨ। ਜਿਹੜਾ ਇਮੈਜੀਨੇਸ਼ਨ ਹੁੰਦਾ ਵਾ, ਇਹਦੇ ਵਿੱਚ ਹੀ ਬੰਦਾ ਜਿਹੜਾ ਗਵਾਚਿਆ ਰਹਿੰਦਾ ਹੈ ਨਾ। ਤੇ ਇਮੈਜੀਨੇਸ਼ਨ ਦੇ ਵਿੱਚ ਕੀ ਹੁੰਦਾ ਕਿ ਬੰਦਾ ਜਿਹੜਾ ਵਾ ਨਾ ਕਲਪਨਾਵਾਂ ਕਰੀ ਜਾਂਦਾ। ਉਹ ਉੱਥੇ ਜਾਊਂਗਾ, ਮੈਂ ਇੰਜ ਕਵਾਂਗਾ। ਕਈ ਵਾਰੀ ਵੇਖੋ ਤੁਹਾਡੀ ਜ਼ਿੰਦਗੀ 'ਚ ਨਾ ਕਿਤੇ ਲੜਾਈ ਝਗੜਾ ਹੋਇਆ ਹੋ ਗਿਆ ਤੇ ਤੁਸੀਂ ਕੀ ਕੀਤਾ, ਤੁਸੀਂ ਇਹ ਕਲਪਨਾ ਕਰੀ ਜਾਣੀ ਆ, ਹੁਣ ਜੇ ਦੁਬਾਰਾ ਮੈਨੂੰ ਕਹੂਗਾ ਨਾ ਮੈਂ ਬੋਲਾਂਗਾ,
ਨਿਚਰ ਸਾਹਿਬ। ਬਿਲਕੁਲ ਸਹੀ ਗੱਲ ਹੈ, ਅਗਲੇ ਦਾ ਰੋਲ ਆਪੇ ਆਪਾਂ ਨੇ ਕਰੀ ਜਾਣਾ ਹੈ। ਫਿਰ ਉਹ ਜਦੋਂ ਉਹਨੇ ਆਉਣਾ ਵਾ ਉਦੋਂ ਕੁਝ ਬੋਲਣਾ ਹੀ ਨਹੀਂ, ਉਹ ਗੱਲ ਤੇ ਕੁਝ ਹੋਰ ਚੱਲਣੀ ਆ, ਪਰ ਆਪਣੇ ਮਨ ਨੂੰ ਥੋੜੀ ਸਮਝਾ ਸਕਦੇ ਆ ਆਪਾਂ ਕਿ ਨਹੀਂ ਭੋਲਿਆ, ਉਹ ਤੇ ਸਿਚੁਏਸ਼ਨ ਕੋਈ ਹੋਰ ਹੋਣੀ ਆ, ਉਹ ਲੜਾਈ ਕਿਸੇ ਹੋਰ ਬਰੂਦ ਕੀਤਾ ਉਹਨੇ, AK-47 ਨਹੀਂ ਕੱਢ AK-47 ਨਹੀਂ ਕੱਢ ਲਿਆਉਣੀ। ਹੁਣ ਤੂੰ ਪਲੈਨਿੰਗ ਤੋਪਾਂ ਦੀਆਂ ਕਰੀ ਜਾਂਦਾ, ਟੈਂਕਾਂ ਦੀਆਂ ਕਰੀ ਜਾਂਦਾ ਵਾ, ਉਹ ਤੇ ਵੈਪਨ ਔਨ ਦਾ ਸਪੌਟ। ਇਹ ਥੋੜੀ ਹੁਣ ਉਹ ਮੌਕੇ ਤੇ ਉਹ ਬੈਟਰ ਜਦੋਂ ਚੱਲਦੀ ਆ, ਹੁਣ ਇੱਥੇ ਮੇਰੇ ਅੱਗਾ ਭਲਵਾਨ ਬੈਠਾ ਜਾਵੇ ਤੇ ਸੋਚੀ ਜਾਵੇ ਕਿ ਉਹਦੀ ਮੈਂ ਲੱਤ ਖਿੱਚੂਗਾ, ਮੈਂ ਉਹਦੀ ਧੌਣ ਨੱਪੂਗਾ, ਮੈਂ ਉਹਦੀ ਬਾਂਹ ਖਿੱਚੂਗਾ, ਉਹ ਤੇ ਜਦੋਂ ਮੈਦਾਨ ਦੇ ਖਾੜੇ 'ਚ ਪਹੁੰਚਾਂਗੇ ਉਦੋਂ ਕੀ ਚੱਲਣਾ। ਇਹ ਚੀਜ਼ ਆ। ਇੱਕ ਸਾਧ ਸੰਗਤ ਜੀ, ਇੱਕ ਮੈਂ ਨਾ ਬੈਠਾ ਮੈਂ ਨਾ ਆਪਣੇ ਸਹੁਰੇ ਗਿਆ, ਸਹੁਰਿਆਂ ਦੀ ਗੱਲ ਇਸ ਕਰਕੇ ਕਰਦਾ ਨਾ, ਤੁਹਾਡੇ ਦਿਮਾਗ 'ਚ ਗੱਲ ਗਹਿਰੀ ਚੱਲ ਜਾਏ, ਉਹਦੇ ਨਾਲ ਕੋਈ ਕਾਰਨ ਨਹੀਂ ਹੁੰਦਾ। ਚਲੋ ਬੰਦਾ ਸਿੱਖਦਾ ਹੀ ਆ, ਮੈਂ ਵੀ ਸਿੱਖਦਾ। ਉੱਥੇ ਨਾ ਮੈਂ ਮਾਤਾ ਵੀ ਨਾਲ ਆ, ਘਰ ਦੀ ਨਾਲ ਆ, ਬੱਚੇ ਨਾਲ ਆ, ਤੇ ਸੱਸ ਬੈਠੀ ਸਾਹਮਣੇ, ਉਹਨੂੰ ਮੈਂ ਆਪਣੇ ਸਾਲੇ ਨਾਲ ਗੱਲ ਕਰਦੇ ਆ, ਵਿਚਾਰ ਚੱਲੀ ਓਦਾਂ ਹੀ, ਗੱਲਾਂ ਬਾਤਾਂ ਦੀ ਵਿਚਾਰ ਚੱਲਣ ਦੀ। ਮੈਂ ਆਖਣ ਡਿਆ, ਮੈਂ ਦੇਖੋ, ਮੈਂ ਵੇਖ ਲਓ ਤੁਸੀਂ ਘਰ ਬਦਲ ਦਿੱਤਾ, ਘਰ ਦਾ ਫਰਨੀਚਰ ਵੀ ਬਦਲ ਦਿੱਤਾ, ਫਰਸ਼ ਬਦਲ ਦਿੱਤੀ, ਸੋਫੇ ਬਦਲ ਦਿੱਤੇ, ਰਸੋਈ ਦਾ ਸਾਰਾ ਸਮਾਨ ਬਦਲ ਦਿੱਤਾ, ਰਜਾਈਆਂ, ਬੈੱਡ, ਸੋਫੇ, ਤੁਸੀਂ ਵੇਖੋ ਬਦਲੀ ਜਾ ਰਹੇ ਜੋ। ਹਰ ਜਿਹੜੀ ਚੀਜ਼ ਨਵੀਂ ਆ ਰਹੀ ਆ। ਮੋਬਾਈਲ ਵੀ ਬਦਲ ਦਿੱਤੇ, ਪਹਿਲਾਂ ਜਿਹੜੇ ਤੁਹਾਡੇ ਕੋਲ ਸਨ ਉਹ ਹੋਰ ਤਰ੍ਹਾਂ ਦੇ ਸਨ, ਹੁਣ ਤੁਸੀਂ TV ਵੀ ਬਦਲ ਦਿੱਤਾ। ਪਰ ਮੈਂ ਵੇਖ ਲਓ, ਬੰਦਾ ਆਪਣੇ ਵਿਚਾਰ ਨਹੀਂ ਬਦਲਣਾ ਚਾਹੁੰਦਾ। ਨਿੱਜਾ ਸਾਹਿਬ, ਬੰਦਾ ਆਪਣੇ ਆਪ ਨੂੰ ਕਿਤੇ ਨਹੀਂ ਬਦਲਣਾ ਚਾਹੁੰਦਾ। ਉਹ ਕਹਿੰਦਾ ਜਿਹੜਾ ਸੌਫਟਵੇਅਰ ਮੇਰੇ ਕੋਲ ਪਹਿਲਾਂ ਸੀ ਨਾ, ਅੱਜ ਤੋਂ 30 ਸਾਲ ਪਹਿਲਾਂ, ਉਸੇ ਅਨੁਸਾਰ ਜੀਵਨ ਬਤੀਤ ਕਰੂੰਗਾ ਮੈਂ। ਜੇ ਮੈਂ ਜਿੱਦੀ ਸਾਂ ਤੇ ਮੈਂ ਜਿੱਦੀ ਰਹੂੰਗਾ, ਜੇ ਮੇਰਾ ਲੜਨ ਦਾ ਸੁਭਾਅ ਸੀ ਤੇ ਮੈਂ ਲੜਦਾ ਹੀ ਰਵਾਂ, ਜੇ ਮੈਂ ਸ਼ਰਾਬੀ ਹਾਂ ਤੇ ਮੈਂ ਸ਼ਰਾਬ ਪੀ ਕੇ ਹੀ ਤੁਰਿਆ ਜਾਣਾ ਵਾ, ਜੇ ਮੇਰੀ ਜ਼ਿੰਦਗੀ ਝੂਠ ਬੋਲਣ ਦੀ ਆਦਤ ਆ ਤੇ ਮੈਂ ਝੂਠ ਬੋਲ ਜੀਵਨ ਕੱਟਣਾ। ਮੈਂ ਨਹੀਂ ਜੋ ਬਦਲਣਾ, ਬਾਕੀ ਸਭ ਕੁਝ ਬਦਲਣਾ ਚਾਹੁੰਦੇ ਆਪਾਂ। ਜਦੋਂ ਸਾਡੀ ਆਪਣੇ ਆਪ ਨੂੰ ਬਦਲਣ ਦੀ ਵਾਰੀ ਆਉਂਦੀ ਹੈ, ਆਪਾਂ ਸਾਰੇ ਬਾਗੀ ਹੋ ਜਾਂਦੇ ਹਾਂ। ਤੁਸੀਂ ਦੇਖੋ, ਜਦੋਂ ਆਪਾਂ ਕੱਪੜੇ ਖਰੀਦਦੇ ਹਾਂ, ਤੈਂ ਜਦੋਂ ਕੱਪੜੇ ਫਿੱਟ ਆਉਂਦੇ ਨਾ ਤੇ ਬੜਾ ਵਧੀਆ ਲੱਗਦਾ। ਜਦੋਂ ਢਿੱਡ ਮਾੜਾ ਜਿਹਾ ਬਾਹਰ ਆ ਜਾਂਦਾ, ਮੇਰੇ ਵਰਗਾ, ਫਿਰ ਟੀ-ਸ਼ਰਟ ਪਾਉਂਦਾ ਚੰਗੀ ਲੱਗਦੀ ਸ਼ੀਸ਼ੇ ਗੜੀ, ਫਿਰ ਬੜਾ ਜੋਸ਼ ਆਉਂਦਾ ਕਿ ਮੈਂ ਘਰ ਜਾਵਾਂਗਾ, ਐਕਸਰਸਾਈਜ਼ ਕਰਾਂਗਾ, ਮੈਂ ਰਨਿੰਗ ਕਰਾਂਗਾ, ਮੈਂ ਪਤਲਾ ਹੋਵਾਂਗਾ, ਮੈਂ ਸੋਹਣਾ ਲੱਗਾਂਗਾ ਜਦੋਂ ਇਹ ਕੱਪੜੇ ਮੈਨੂੰ ਪੂਰੇ ਫਿੱਟ ਆਉਣਗੇ। ਪਰ ਉਹ ਗੱਲਾਂ ਸ਼ੋਰੂਮ ਤੱਕ ਹੀ ਹੁੰਦੀਆਂ ਨੇ। ਘਰੇ ਆਇਆ ਤੇ ਦਿਮਾਗ ਵਾਪਸ ਉਸੇ ਤਰ੍ਹਾਂ ਹੀ। ਕੀ ਫਰਕ ਪੈਂਦਾ, ਮਾਸਾ ਢਿੱਡ ਹੀ ਬਾਹਰ ਆ। ਨਿੱਜਾ ਸਾਹਿਬ, ਆਪਾਂ ਇਹ ਐਕਸਕਿਊਜ਼ ਕਰਕੇ ਆਪਾਂ ਜਾਨ ਛਡਾ ਲੈਂਦੇ ਹਾਂ। ਪਰ ਇੱਕ ਗੱਲ ਬੜੀ ਮਹੱਤਵਪੂਰਨ ਆ, ਜਿਹੜਾ ਧਰਮ ਆ, ਜਿਹੜੇ ਧਾਰਮਿਕ ਗ੍ਰੰਥ ਆ, ਉਹ ਸਾਨੂੰ ਸਾਡਾ ਸੌਫਟਵੇਅਰ ਬਦਲਣ ਵਾਸਤੇ ਕਹਿੰਦੇ ਨੇ। ਉਹ ਕਹਿੰਦੇ ਆ ਕਿ ਤੂੰ ਸਮੇਂ ਦੇ ਹਿਸਾਬ ਨਾਲ ਇਹਨੂੰ ਅਪਗ੍ਰੇਡ ਕਰ, ਨਹੀਂ ਤੇ ਤੈਨੂੰ ਮੁਸ਼ਕਲ ਹੋ ਜਾਏਗੀ। ਹੁਣ ਮੈਂ ਤੁਹਾਨੂੰ ਹੋਰ ਸਮਝਾਵਾਂ ਸੌਖੇ ਤਰੀਕੇ ਦੇ ਨਾਲ। ਪਹਿਲਾਂ 9 ਵਿਆਹੀ ਆਈ, ਦੱਸਣਾ ਕਿੱਦਾਂ ਦੀ ਰਿਲੇਸ਼ਨ ਸੀ, ਜੋ ਉਹਨੂੰ ਸਫਰਿੰਗ ਹੋਈ ਹੈ ਜਾਂ ਥੋੜੀ ਬਹੁਤੀ ਅੰਡਰਸਟੈਂਡਿੰਗ ਚ ਪ੍ਰੋਬਲਮ ਹੋਈ। ਜੇ ਉਹ ਬੰਦਾ ਫਲੈਕਸੀਬਲ ਹੋਵੇ ਤੇ ਬੰਦਾ ਐਡਜਸਟ ਕਰਦਾ। ਜਦੋਂ ਬੰਦਾ ਫਲੈਕਸੀਬਿਲਿਟੀ ਘੱਟ ਹੁੰਦੀ ਆ, ਫਿਰ ਉੱਥੇ ਆਰਗੂਮੈਂਟ ਹੁੰਦਾ, ਲੜਾਈ ਝਗੜੇ। ਲੜਾਈ ਝਗੜੇ ਦਾ ਮਤਲਬ ਇਹੋ ਹੀ ਹੈ ਕਿ ਇੱਕ ਨੇ ਗੱਲ ਕਹੀ, ਉਹ ਤੁਹਾਨੂੰ ਪਸੰਦ ਨਹੀਂ ਆ, ਤੁਸੀਂ ਉਹਨੂੰ ਐਡਜਸਟ ਕਰਨ ਨੂੰ ਤਿਆਰ ਨਹੀਂ, ਕਿਉਂਕਿ ਉਹ ਵੀ ਫੋਰਸ ਕਰ ਰਿਹਾ ਕਿ ਮੇਰੀ ਗੱਲ ਮੰਨੀ ਜਾਣੀ ਚਾਹੀਦੀ ਹੈ, ਕਿਉਂਕਿ ਉਹਨੇ ਨਾਲ ਈਗੋ ਜੋੜੀ ਹੋਈ ਹੈ। ਔਰ ਤੁਸੀਂ ਵੀ ਕਹਿੰਦੇ ਕਿ ਮੈਂ ਵੀ, ਮੇਰੀ ਈਗੋ ਨਹੀਂ ਡਾਊਨ ਹੋਣੀ ਚਾਹੀਦੀ। ਫਿਰ ਉੱਥੇ ਆਪਣਾ ਆਰਗੂਮੈਂਟ ਹੁੰਦਾ, ਉੱਥੇ ਕੰਪਰੋਮਾਈਜ਼ ਨਹੀਂ ਹੁੰਦਾ, ਸਮਝੌਤਾ ਨਹੀਂ ਹੁੰਦਾ। ਕਹਿੰਦਾ ਇੱਕ ਨੇ ਕਹੀ ਤੇ ਦੂਜੇ ਨੇ ਮੰਨੀ ਤੇ ਦੋਨੋਂ ਬ੍ਰਹਮ ਗਿਆਨੀ। ਇੱਕ ਨੇ ਕਹੀ, ਦੂਸਰੇ ਨੇ ਮੰਨੀ ਤੇ ਦੋਨੋਂ ਬ੍ਰਹਮ ਗਿਆਨੀ। ਪਰ ਏਦਾਂ ਹੁੰਦਾ ਨਹੀਂ ਆ, ਬਹੁਤ ਘੱਟ ਹੁੰਦਾ। ਚਲੋ, ਇੱਥੇ ਮਤਲਬ ਇਹ ਹੁੰਦਾ ਵਾ ਕਿ ਜਿਵੇਂ ਜਿਵੇਂ ਆਪਣੀ ਉਮਰ ਵੱਧਦੀ ਆ ਨਾ, ਨਵੀਂ ਜਨਰੇਸ਼ਨ ਜਿਹੜੀ ਆਉਂਦੀ ਆ, ਉਹ ਜ਼ਰੂਰੀ ਨਹੀਂ ਆ ਕਿ ਜਿੱਦਾਂ ਦਾ ਜੀਵਨ ਅਸੀਂ ਬਤੀਤ ਕੀਤਾ ਵਾ ਉਦਾਂ ਦਾ ਉਹ ਵੀ ਕਰਨ। ਉਹਨਾਂ ਕੋਲ ਉਹ ਜੋ ਸਮਾਂ ਵਾ, ਹੁਣ ਜੋ ਟੈਕਨੋਲੋਜੀ ਆ, ਹੁਣ 2022 ਜਾ ਰਹੀ ਹੈ, ਸਦੀ ਜਾ ਰਹੀ ਹੈ, ਤੇ ਬੜਾ ਕੁਝ ਬਦਲ ਗਿਆ 25-30 ਸਾਲ ਚ। ਮੈਂ ਆਪਣੀ ਜ਼ਿੰਦਗੀ ਚ ਮੈਂ ਮਹਿਸੂਸ ਕਰ ਸਕਦਾ। ਜਦੋਂ ਅਸੀਂ ਸ਼ਹਿਰ ਆਏ ਹਾਂ ਨਾ, ਹੁਣ ਤੁਹਾਡੇ ਚੋਂ ਵੀ ਹੋਣਗੇ ਮੇਰੇ ਵਰਗੇ, ਤੇ ਉਹ ਗੱਲ ਸਹੀ ਸੀ। ਇੱਕ ਦਿਨ ਮੈਂ ਵੀਡੀਓ ਵੇਖਣ ਦਿਆ, ਉਹ ਕਹਿੰਦਾ ਕਿ ਅਸੀਂ ਇੱਕ ਐਸੀ ਪੀੜ੍ਹੀ ਆ ਜਿਨ੍ਹਾਂ ਨੇ ਲੋਕਾਂ ਦੇ ਘਰ ਜਾ ਕੇ TV ਵੇਖਿਆ। ਏਦਾਂ ਦਾ ਟਾਈਮ ਨਹੀਂ TV ਸਨ। ਸਾਡੇ ਘਰ ਤੇ TV ਬਹੁਤ ਸਾਲਾਂ ਬਾਅਦ ਆਇਆ, ਬਲੈਕ ਐਂਡ ਵਾਈਟ ਨਿੱਕਾ ਜਿਹਾ TV, ਮੈਨੂੰ ਅਜੇ ਵੀ ਯਾਦ। ਅਸੀਂ ਲੋਕਾਂ ਘਰ TV ਵੇਖਦੇ ਸਾਂ।
ਮਤਲਬ ਕਹਿਣ ਤੋਂ ਭਾਵ ਆ ਕਿ ਇੱਕ ਐਸਾ ਸਮਾਂ ਸੀ, ਮਤਲਬ ਬਹੁਤ ਲਿਮਟਿਡ ਫੈਸਿਲਿਟੀਆਂ, ਇੰਨਾ ਫੈਸਿਲਿਟੀਆਂ ਨਹੀਂ ਸਨ। ਆ ਇਨਵੇਟਰ ਨਵੋਟਰ ਹੁਣ ਆਏ ਨੇ, ਪਹਿਲਾਂ ਬੱਤੀ ਚੱਲ ਜਾਣੀ ਤੇ ਉੱਦਾਂ ਬੈਠੇ ਰਹਿਣਾ, ਪੱਖੀ ਚੱਲਣੀ। ਬਾਅਦ ਦੇ ਵਿੱਚ ਬੱਤੀ ਆ ਗਈ, ਬੱਤੀ ਦਾ ਟਾਈਮ ਵੱਧ ਗਿਆ। ਹੁਣ ਸ਼ਹਿਰ 'ਚ 2 ਮਿੰਟ ਬੱਤੀ ਜਾਂਦੀ ਹੈ ਤੇ ਟੈਨਸ਼ਨ ਵੱਧ ਜਾਂਦੀ ਆ। ਉਦੋਂ ਜ਼ਿਆਦਾ ਬੱਤੀਆਂ ਵੀ ਘੱਟ ਹੀ ਸਨ, ਇੱਕ ਪੱਖਾ ਹੀ ਸਾਡੇ ਘਰ। ਹੋ ਸਕਦਾ ਕਈਆਂ ਘਰ ਵਿਚਾਰਿਆਂ ਘਰ ਇੱਕ ਪੱਖਾ ਵੀ ਨਾ ਹੋਵੇ, ਏਦਾਂ ਦਾ ਜੀਵਨ ਸੀ। ਹੁਣ ਜਿਵੇਂ ਜਿਵੇਂ ਟੈਕਨੋਲੋਜੀ ਵੱਧ ਗਈ ਆ, ਆਪਾਂ ਘਰ ਨੂੰ ਤੇ ਲੋਡ ਕਰ ਲਿਆ, ਪਰ ਜੇਕਰ ਜਿਸ ਤਰੀਕੇ ਨਾਲ ਮੈਂ ਅੱਜ ਤੋਂ 20-25 ਸਾਲ ਪਹਿਲਾਂ ਜੀਵਨ ਬਤੀਤ ਕਰਦਾ ਵਾਂ, ਜੇਕਰ ਅੱਜ ਵੀ ਨਿੱਜਰ ਸਾਹਿਬ ਮੈਂ ਉਸੇ ਤਰੀਕੇ ਨਾਲ ਜੀਵਨ ਬਤੀਤ ਕਰਾਂਗਾ ਤੇ ਮੇਰੇ ਲਈ ਕਿੰਨਾ ਕੁ ਚੰਗਾ ਹੈ। ਬਿਲਕੁਲ ਠੀਕ ਹੈ ਜੀ। ਪਰ ਇਨਸਾਨ ਏਦਾਂ ਹੀ ਕਰਦਾ ਜੀ। ਇਨਸਾਨ ਆਪਣੇ ਸੁਭਾਅ ਦਾ ਤਿਆਗ ਨਹੀਂ ਕਰਦਾ ਜੀ, ਕਿਤੇ ਨਹੀਂ ਕਰਦਾ, ਨਾ ਹੀ ਕਰਨ ਦੇ ਲਈ ਕੋਸ਼ਿਸ਼ ਕਰਦਾ ਹੈ। ਧਰਮ ਦੇ ਵਿੱਚ ਕੇਵਲ ਇੱਕ ਚੀਜ਼ ਸਿਖਾਈ ਗਈ ਆ ਕਿ ਜੋ ਤੂੰ ਕਰ ਰਿਹਾ ਨਾ, ਪਲੀਜ਼ ਇਹਨੂੰ ਵੇਖ। ਤੂੰ ਜਿਹਨੂੰ ਸਹੀ ਮੰਨਣ ਆ, ਹੋ ਸਕਦਾ ਤੂੰ ਗਲਤ ਵੀ ਹੋਵੇਂ, ਉਹ ਤੇਰੀ ਨਜ਼ਰ 'ਚ ਸਹੀ ਹੈ, ਪਰ ਏਦਾਂ ਬੰਦਾ ਸੋਚਦਾ ਨਹੀਂ ਹੈ। ਧਿਆਨ ਦਾ ਮਤਲਬ ਵੀ ਇਹੋ ਹੀ ਆ ਕਿ ਆਪਣੇ ਉੱਪਰ ਧਿਆਨ ਲੈ ਕੇ ਆਉਣਾ। ਕਿਸੇ ਦੇ ਧਿਆਨ ਦੀ ਗੱਲ ਕਦੇ ਨਹੀਂ ਹੋਈ। ਹਮੇਸ਼ਾ ਧਿਆਨ ਸਿਮਰਨ ਕਿੰਨੇ ਕਰਨਾ? ਮੈਂ। ਧਿਆਨ ਕਿਹਦਾ ਖਰਾਬ ਆ? ਮੇਰਾ। ਸਿਮਰਨ ਕਿੰਨੇ ਕਰਨਾ? ਮੈਂ। ਭਗਤੀ ਕਿੰਨੇ ਕਰਨੀ ਆ? ਮੈਂ। ਬ੍ਰਹਮ ਦੇ ਵਿੱਚ ਵਾਪਸ ਜਾਣਾ ਕਿੰਨੇ? ਮੈਂ। ਜਿੰਨੀ ਵੀ ਭਗਤੀ ਆਪਾਂ ਕਰ ਰਹੇ ਹਾਂ, ਜੋ ਵੀ ਇੱਥੇ ਇਕੱਠੇ ਹੁੰਦੇ ਜੋ ਤੁਸੀਂ, ਇਹ ਕੇਵਲ ਮੇਰੇ ਦੀ ਗੱਲ ਸ਼ੁਰੂ ਹੁੰਦੀ ਹੈ ਤੇ ਮੇਰੇ ਨਾਲ ਹੀ ਖਤਮ ਹੋ ਜਾਂਦੀ ਹੈ। ਸਵਾਲ ਕਿਹਦਾ? ਮੇਰਾ। ਹੱਲ ਕਿੰਨੇ ਕਰਨਾ? ਮੈਂ। ਦੂਜਾ ਜੇ ਕੁਛ ਕਰ ਰਿਹਾ ਹੈ, ਤੁਸੀਂ ਗਲਤ ਕੰਮ ਕਰਦੇ ਨੂੰ ਵੇਖ ਕੇ ਤੁਸੀਂ ਵੀ ਉਦਾਂ ਦਾ ਕਰੋਗੇ ਤੇ ਉਹਦੇ ਲਈ ਜ਼ਿੰਮੇਵਾਰ ਕੌਣ ਹੋਊਗੇ? ਤੁਸੀਂ। ਉਹ ਨਹੀਂ ਜ਼ਿੰਮੇਵਾਰ ਹੈਗਾ, ਆਪਣੇ ਕਰਮਾਂ ਦਾ ਜ਼ਿੰਮੇਵਾਰ ਹੈ। ਮੈਂ ਆਪਣੇ ਕਰਮਾਂ ਦਾ ਜ਼ਿੰਮੇਵਾਰ। ਮੈਂ ਮਤਲਬ ਕਿਸ ਲੈਵਲ ਤੇ ਜੀਵਨ ਨੂੰ ਬਤੀਤ ਕਰਦਾ। ਜਿੰਨਾ ਜ਼ਿਆਦਾ ਅਸੀਂ ਬੇਹੋਸ਼, ਜਿੰਨਾ ਜ਼ਿਆਦਾ ਵਿਚਾਰਾਂ 'ਚ ਗਵਾਚੇ, ਉਹਨਾਂ ਜੀਵਨ ਦਾ ਲੈਵਲ ਥੱਲੇ ਆ, ਉਹਨੇ ਅਸੀਂ ਜਾਨਵਰ ਦੇ ਲਾਗੇ ਜਾਂਦੇ। ਜਿੰਨਾ ਤੁਸੀਂ ਚੇਤਨਾ ਨੂੰ ਪ੍ਰਗਟ ਕਰ ਲਿਆ ਆਪਣੀ ਵਰਤਮਾਨ ਕਾਲ 'ਚ ਲੈਣ ਦਾ, ਉਹਨਾਂ ਹੀ ਅਸੀਂ ਮੋਰ ਇਨਸਾਨ, ਪਿਆਰ ਕਰਨ ਵਾਲੇ। ਬੇਸ਼ੱਕ ਸਾਡੇ ਲਫ਼ਜ਼ਾਂ ਦੇ ਵਿੱਚ ਸਖਤੀ ਹੋ ਸਕਦੀ ਆ, ਪਰ ਸਾਡੇ ਲਫ਼ਜ਼ਾਂ ਦੇ ਵਿੱਚ ਵੀ ਅਗਲੇ ਦਾ ਭਲਾ ਹੁੰਦਾ ਹੈ। ਇੱਥੇ ਨੂੰ ਆਪ ਸਮਝੋ। ਕਈ ਵਾਰੀ ਨਾ ਮਾਂ-ਬਾਪ ਦੀਆਂ ਗੱਲਾਂ ਨਾ ਧੀਆਂ ਪੁੱਤਾਂ ਨੂੰ ਪਸੰਦ ਨਹੀਂ ਆਉਂਦੀਆਂ, ਪਰ ਆਪ ਚੀਜ਼ ਨੂੰ ਸਮਝੋ। ਜਦੋਂ ਇੱਕ ਲੋਹਾਰ ਕਿਸੇ ਲੋਹੇ ਨੂੰ ਕੋਈ ਸ਼ੇਪ ਦਿੰਦਾ ਹੈ ਨਾ, ਤੇ ਉੱਥੇ ਸੱਟ ਮਾਰਨੀ ਪੈਂਦੀ ਆ, ਓਦਾਂ ਨਹੀਂ ਮੁੜੂਗਾ ਉਹ ਪਿਆਰ ਨਾਲ ਕਹੋ, ਮੇਰੇ ਪਿਆਰੇ ਬੱਚੇ ਲੋਹਾ ਤੂੰ ਮੁੜ ਜਾ, ਮੈਂ ਤੈਨੂੰ ਕਹਿਣਾ ਤੂੰ ਏਦਾਂ ਬਣ ਜਾ, ਤੂੰ ਦਾਤਰੀ ਬਣ ਜਾ, ਤੂੰ ਰੰਬਾ ਬਣ ਜਾ, ਤੂੰ ਕਈ ਬਣ ਜਾ। ਨਿੱਜਰ ਸਾਹਿਬ ਲੋਹਾ ਮੰਨਦਾ ਨਾ? ਲੋਹਾ ਤਾਂ ਬੁੜਕਾ ਦਿੰਦਾ ਹੈ ਥੋੜੇ ਨੂੰ ਵੀ। ਠੀਕ ਹੈ। ਇਸ ਕਰਕੇ ਜਦੋਂ ਕਿਸੇ ਚੀਜ਼ ਨੂੰ ਆਪਾਂ ਮੋੜਨਾ ਹੁੰਦਾ, ਦੇਖੋ ਫਿਰ ਜ਼ੋਰ ਤੇ ਲਾਉਣਾ ਪੈਂਦਾ ਹੈ। ਪਰ ਹੁਣ ਮੂਰਤੀ ਨੂੰ ਕਿੱਥੋਂ ਤਰਾਸ਼ੋਗੇ? ਦੱਸੋ ਮੈਨੂੰ। ਧਰਮ ਕਹਿੰਦਾ ਤੂੰ ਮੂਰਤੀ ਆਪਣੇ ਚੋਂ ਕੱਢ, ਤੇ ਤੁਸੀਂ ਕਹੋ ਕਿ ਨਹੀਂ ਜੀ ਮੇਰੇ ਤੇ ਥੋੜੇ ਨਾ ਮਾਰੋ, ਮੇਰੇ ਤੇ ਝੱਬਲ ਨਾ ਮਾਰੋ, ਮੈਨੂੰ ਕੁਛ ਨਾ ਕਹੋ, ਤੁਸੀਂ ਮੇਰੇ ਚੋਂ ਮੂਰਤੀ ਬਣਾ ਦਿਓ, ਮੈਨੂੰ ਇੱਕ ਚੰਗਾ ਇਨਸਾਨ ਬਣਾ ਦਿਓ, ਮੈਨੂੰ ਕੁਛ ਨਾ ਕਹੋ। ਬਸ ਕਿੱਦਾਂ ਬਣਾਓਗੇ ਦੱਸੋ? ਮੈਂ ਮਾਂ ਬਾਪ ਚਾਹੁੰਦੇ ਨੇ ਕਿ ਆਪਣੇ ਬੱਚੇ ਨੂੰ ਡਿਵੈਲਪ ਕਰਨਾ। ਉਹ ਬੱਚਾ ਕਹਿੰਦਾ ਨਾ ਪਾਪਾ ਤੂੰ ਮੈਨੂੰ ਕੁਛ ਨਾ ਕਹਿ, ਪਰ ਮੈਨੂੰ ਚੰਗਾ ਇਨਸਾਨ ਬਣਾ ਦੇ। ਪਰ ਉਹ ਬਣ ਸਕਦਾ? ਦੱਸੋ ਨਿੱਜਰ ਸਾਹਿਬ। ਨਾ। ਬਿਨਾਂ ਘੜਿਆ ਕੁਛ ਨਹੀਂ ਜੇ ਘੜਿਆ ਜਾਣਾ। ਉਹ ਵੇਲਣਾ ਵੀ ਰੋਟੀ ਉਦੋਂ ਹੀ ਵੇਲਦਾ ਵਾ ਜਦੋਂ ਉਹ ਗੋਲ ਕੀਤਾ ਜਾਂਦਾ ਹੈ, ਜਦੋਂ ਉਹਨੂੰ ਮਸ਼ੀਨ ਤੇ ਚਾੜਿਆ ਜਾਂਦਾ ਹੈ, ਜਦੋਂ ਉਹਦੇ ਨਾਲੋਂ ਫਾਲਤੂ ਦੀਆਂ ਛਿਲਤਰਾਂ ਅਲੱਗ ਕੀਤੀਆਂ ਜਾਂਦੀਆਂ ਨੇ, ਫਿਰ ਚੱਕਲਾ ਬਣਾਇਆ ਜਾਂਦਾ, ਫਿਰ ਉੱਤੇ ਰੋਟੀ ਵੇਲੀ ਜਾਂਦੀ ਹੈ। ਇਸੇ ਤਰ੍ਹਾਂ ਇਨਸਾਨ ਆ। ਜੇਕਰ ਤੁਸੀਂ ਆਪਣੇ ਆਪ ਨੂੰ ਐਡਜਸਟ ਕਰਨ ਨੂੰ ਤਿਆਰ ਨਹੀਂ, ਆਪਣੇ ਆਪ ਨੂੰ ਮੋਡੀਫਾਈ ਤਿਆਰ ਕਰਨ ਨੂੰ ਤਿਆਰ ਨਹੀਂ, ਦੇਖੋ ਲੋਹਾ ਤੇ ਲੋਹਾ ਹੀ ਹੈ। ਜਦੋਂ ਉਹਨੂੰ ਤੋੜ ਭੁੰਡ ਕੇ, ਉਹਨੂੰ ਵਿੰਗਾ ਟੇਢਾ ਕਰਕੇ, ਉਹਦੇ ਡਿਜ਼ਾਈਨ ਬਣਾ ਕੇ ਇੱਕ ਸਮਾਂ ਉਹਦਾ ਘਰ ਬਣ ਜਾਂਦਾ ਹੈ। ਕਿੰਨੀ ਕੰਮ ਦੀ ਚੀਜ਼ ਹੋ ਜਾਂਦੀ ਆ। ਸਾਰਾ ਟੱਬਰ ਬਹਿ ਕੇ ਅਸੀਂ ਗਏ ਆ, ਘੁੰਮ ਕੇ ਵਾਪਸ ਆ ਗਏ। ਨਹੀਂ ਤੇ 3 ਰਿਸ਼ਤੇਦਾਰਾਂ ਕੋਲ ਜਾਣਾ ਹੋਵੇ, ਪਹਿਲਾਂ ਜ਼ਮਾਨਿਆਂ 'ਚ ਕਿੰਨਾ ਔਖਾ ਸੀ। ਬੱਸਾਂ ਤੇ ਜਾਣਾ, ਰਾਹ 'ਚ ਖਲੋਣਾ, ਫਿਰ ਘੰਟੇ 1.5 ਘੰਟੇ ਬਾਅਦ ਬੱਸ ਆਉਣੀ, ਫਿਰ ਪਤਾ ਨਹੀਂ ਕਿੰਨਾ ਔਖਾ ਪਹੁੰਚਣਾ, ਫਿਰ ਤੁਰ ਕੇ ਫਿਰ ਜਾ ਕੇ ਪਹੁੰਚਣਾ। ਟੈਕਨੋਲੋਜੀ ਨਾਲ ਕਿੰਨਾ ਸੁੱਖ ਹੋ ਗਿਆ। ਪਰ ਉਸ ਲੋਹੇ ਨੂੰ ਜਦੋਂ ਆਪਣੀ ਜ਼ਰੂਰਤ ਅਨੁਸਾਰ ਜਦੋਂ ਅਸੀਂ ਮੋੜਿਆ, ਉਸ ਤੋਂ ਬਾਅਦ ਹੀ ਉਹਦਾ ਫਾਇਦਾ ਹੋਇਆ ਵਾ। ਉਹਦਾ ਤੇ ਲੋਹਾ ਵਾਧੂ ਤੁਰਿਆ ਫਿਰਦਾ।
ਅਣਘੜਿਆ ਲੋਹਾ ਹੈ, ਅਣਘੜਿਆ ਪੱਥਰ ਆ, ਅਣਘੜੀ ਲੱਕੜ ਆ, ਵਾਧੂ ਤੁਰੀ ਫਿਰਦੀ ਹੈ। ਪਰ ਉਹਦੇ ਚ ਵੈਲਿਊ ਐਡ ਕਰਨੀ ਪੈਂਦੀ ਹੈ। ਦੇਖੋ, ਇੱਕ ਤੁਸੀਂ ਪੱਥਰ ਲੈਣ ਜਾਓ, ਤੁਸੀਂ ਕਿਸੇ ਵੀ ਦੁਕਾਨ ਤੇ ਜਾਓ, ਉਸ ਪੱਥਰ ਦੀ ਕੋਈ ਜ਼ਿਆਦਾ ਕੀਮਤ ਨਹੀਂ ਹੁੰਦੀ ਜਿਹੜਾ ਘੜਿਆ ਨਹੀਂ ਹੁੰਦਾ। ਪਰ ਜਦੋਂ ਤੁਸੀਂ ਕਿਸੇ ਮੂਰਤੀਕਾਰ ਨੂੰ ਦੇ ਦਿੰਦੇ ਹੋ ਪੱਥਰ, ਉੱਥੇ ਇਨਵੈਸਟਮੈਂਟ ਕਰਦਾ, ਉਹ ਦਿਨ ਰਾਤ ਇੱਕ ਕਰਦਾ, ਫਿਰ 5 ਮਹੀਨੇ 3 ਮਹੀਨੇ 2 ਮਹੀਨੇ 1 ਹਫ਼ਤਾ ਉੱਥੇ ਆਪਣਾ ਮਿਹਨਤ ਲਾਉਂਦਾ, ਦਿਨ ਰਾਤ ਉੱਥੇ ਆਪਣੇ 10 12 ਘੰਟੇ ਲਾਉਂਦਾ। ਪਰ ਇੱਕ ਸਮਾਂ ਆਉਂਦਾ ਹੈ, ਉਹ ਪੱਥਰ ਦੇ ਵਿੱਚ ਇੰਨੀ ਜ਼ਿਆਦਾ ਵੈਲਿਊ ਐਡ ਕਰ ਦਿੰਦਾ, ਤੁਸੀਂ ਉਸ ਪੱਥਰ ਨੂੰ ਘਰੇ ਰੱਖਣ ਨੂੰ ਤਿਆਰ ਹੋ ਜਾਂਦੇ। ਫਿਰ ਉਹ ਕਹਿੰਦਾ ਨਹੀਂ ਜੀ 20-25 ਹਜ਼ਾਰ ਦੀ ਮੂਰਤੀ ਆ, ਤੁਸੀਂ ਕਹਿੰਦੇ 30 ਹਜ਼ਾਰ ਲੈ, ਮੂਰਤੀ ਮੈਨੂੰ ਦੇ ਦੇ। ਵੈਲਿਊ ਐਡ ਹੋ ਗਈ। ਸਧਾਰਨ ਲੱਕੜ ਪਈ ਆ ਮੰਡੀ ਦੇ ਵਿੱਚ, ਕੋਈ ਵੈਲਿਊ ਨਹੀਂ ਹੈਗੀ, ਲੱਕੜੀ ਆ। ਜਦੋਂ ਉਹਦਾ ਬੂਹਾ ਬਣ ਜਾਂਦਾ, ਜਦੋਂ ਉਹਦੀ ਕੁਰਸੀ ਬਣ ਜਾਂਦੀ, ਜਦੋਂ ਉਹਦਾ ਬੈੱਡ ਬਣ ਜਾਂਦਾ, ਤੁਸੀਂ ਉਸ ਲੱਕੜ ਤੋਂ 5-7 ਗੁਣਾ 10 ਗੁਣਾ ਵੱਧ ਪੈਸੇ ਦੇ ਕੇ ਉਹਨੂੰ ਖਰੀਦਣਾ ਚਾਹੁੰਦੇ। ਕਿਉਂ? ਉਹਨੂੰ ਵਰਤੋਂ ਚ ਆਉਣ ਵਾਲੀ ਚੀਜ਼ ਹੋ ਗਈ ਆ। ਉਦਾਂ ਤੇ ਸਤੀਰੀ ਸੀ, ਕਿਸੇ ਕੰਮ ਦੀ ਨਹੀਂ ਸੀ। ਸਹੀ ਹੈ ਨਜਰ ਸਾਹਿਬ? ਬਿਲਕੁਲ ਠੀਕ ਹੈ ਜੀ। ਇਸੇ ਹੀ ਤਰ੍ਹਾਂ ਤੁਸੀਂ ਇਹ ਸੋਚੋ ਨਾ ਕਿ ਜੇ ਤੇ ਤੁਸੀਂ ਅਨਘੜੇ ਜੋ ਤੇ ਤੁਹਾਡੀ ਵੈਲਿਊ ਤੁਸੀਂ ਐਡ ਨਹੀਂ ਕਰਨਾ ਚਾਹੁੰਦੇ, ਫਿਰ ਸਤੀਰੀ ਵਾਂਗੂ ਪੈ ਰਹੋ ਘਰੇ। ਤੁਹਾਡੀ ਕਹਿੰਦੇ ਵਰਤੋਂ ਕੀ ਕਰਨੀ ਹੈ, ਤੁਸੀਂ ਤੇ ਕੰਮ ਦੇ ਨਹੀਂ ਹੈਗੇ। ਬਿਲਕੁਲ। ਬਲਵਿੰਦਰ ਜੀ ਕੁਝ ਕਹਿਣਾ ਆਪਨੇ? ਅੱਛਾ, ਜਦੋਂ ਦੇਖੋ ਪਲੀਜ਼ ਆਪ ਅੰਡਰਸਟੈਂਡ ਕਰੋ, ਭਗਤੀ ਦੇ ਵਿੱਚ, ਗਿਆਨ ਦੇ ਵਿੱਚ ਕੁਝ ਵੱਖਰੀ ਗੱਲ ਨਹੀਂ ਜੇ, ਗੱਲਾਂ ਹੀ ਸਾਰੀਆਂ ਇਹੋ ਹੀ ਕੁਝ ਹੈ ਜੋ ਬਾਣੀ ਕਹਿ ਰਹੀ ਹੈ। ਮੈਂ ਤੁਹਾਨੂੰ ਥੋੜਾ ਸਰਲ ਕਰਕੇ ਸਿੱਧਾ ਕਰਕੇ ਸਮਝਾ ਦਿੱਤਾ। ਇੱਥੇ ਵੀ ਉਹੀ ਗੱਲ ਚੱਲਣੀ। ਵੇਖ ਲਓ, ਬਾਣੀ ਖੋਲ ਕੇ ਵੇਖ ਲਓ, ਉਹੀ ਕਹਿਣਾ ਚਾਹੁੰਦੀ ਹੈ ਬਾਣੀ। ਲੋਹੇ ਦੇ ਵਿੱਚ ਵੈਲਿਊ ਐਡ ਕਰਤੀ, ਉਹ ਸੂਈ ਬਣ ਗਈ। ਹੁਣ ਸੂਈ ਧਾਗੇ ਦੇ ਨਾਲ ਆਪਾਂ ਕਿੰਨੇ ਸੋਹਣੇ ਕੱਪੜੇ ਸੀ ਸਕਦੇ ਹਾਂ। ਸਹੀ ਹੈ, ਵੈਲਿਊ ਐਡ ਹੋ ਗਈ। ਜੇ ਲੋਹਾ ਨਹੀਂ ਘੜਿਆ ਤਾਂ ਉਹਦੀ ਕੋਈ ਵੈਲਿਊ ਨਹੀਂ, ਉੱਥੇ ਇੱਥੇ ਤੁਰੇ ਫਿਰਦਾ। ਹੁਣ ਜਦੋਂ ਕਿੱਲ ਬਣ ਜਾਂਦਾ, ਦੇਖੋ ਆਪਾਂ ਦਿਨ ਬਾਰੀ ਤੇ ਇਸਤੇਮਾਲ ਕਰਦੇ ਹਾਂ, ਬੂਹੇ ਬਣਾ ਸਕਦੇ ਹਾਂ, ਸੋਫੇ ਬੈੱਡ ਬਣ ਸਕਦੇ ਆ, ਵੈਲਿਊ ਐਡ ਹੋ ਗਈ। ਇਸ ਵੈਲਿਊ ਨੂੰ ਪਲੀਜ਼ ਆਪਣੇ ਚ ਐਡ ਕਰੋ। ਜਦੋਂ ਤੁਸੀਂ ਵੈਲਿਊ ਨੂੰ ਐਡ ਕਰੋਗੇ ਨਾ, ਤੇ ਨੈਚੁਰਲੀ ਤੁਹਾਡੇ ਚ ਪ੍ਰੋਗਰੈਸ ਆਉਣੀ ਆ। ਇਹਦੇ ਚ ਕੋਈ ਦੋ ਰਿਆ ਨਹੀਂ ਆ। ਦੇਖੋ, ਹਰ ਕੋਈ ਬੰਦਾ ਨਾ, ਦੇਖੋ ਇਨਸਾਨ ਨੌਕਰੀ ਦੇ ਲਈ ਆਪਣੇ ਚੋਂ ਸਾਰੀਆਂ ਖੂਬੀਆਂ ਲੈ ਕੇ ਆਉਂਦਾ। ਉਹ ਕਹਿੰਦੇ ਬਈ ਤੈਨੂੰ ਪਤਾ ਓਏ ਇਹ ਧਰਤੀ ਤੇ ਕਿੰਨੇ ਸਿਟੀ ਹੈਗੇ ਨੇ, ਕਿੰਨੇ ਦੇਸ਼ ਨੇ, ਕਿੰਨੇ ਲੋਕ ਨੇ? ਹਾਂ ਕਹਿੰਦੇ ਸਰ ਮੈਨੂੰ ਪਤਾ ਹੈ। ਉਹਨੂੰ ਪਬਲਿਕ ਦੀ ਫਿਗਰ ਪਤਾ ਹੈ, ਕਿੰਨਾ ਵੱਡਾ ਏਰੀਆ ਅੰਮ੍ਰਿਤਸਰ ਦਾ, ਕਿੰਨੇ ਲੋਕ ਇੱਥੇ ਰਹਿੰਦੇ ਨੇ, ਉਹਨੂੰ ਸਭ ਪਤਾ। ਉਸਨੇ ਉਹ ਸਾਰੀ ਚੀਜ਼ ਨੂੰ ਸਿੱਖ ਲਿਆ ਜੋ ਚੀਜ਼ਾਂ ਨੌਕਰੀ 'ਚ ਪੁੱਛੀਆਂ ਜਾਂਦੀਆਂ। ਪਰ ਉਹ ਸਵਾਲ ਜਿਹੜੇ ਹੁੰਦੇ ਨੇ ਉਹਨੂੰ ਕਹਿੰਦੇ ਨੇ ਕਾਮਨ ਸੈਂਸ। ਜਿਹੜੀਆਂ ਸਾਡੀਆਂ ਸੈਂਸ ਨੇ, ਜੋ ਇੱਕ ਸਾਨੂੰ ਮੋਰ ਇਨਸਾਨ, ਮੋਰ ਫਾਦਰ, ਮੋਰ ਮਦਰ, ਮੋਰ ਬ੍ਰਦਰ, ਮੋਰ ਸਿਸਟਰ, ਮੋਰ ਸੋਸਾਇਟੀ ਲਈ ਚੰਗਾ ਇਨਸਾਨ ਜੋ ਬਣਾਉਂਦੀਆਂ ਨੇ, ਉਹ ਹੈ ਧਰਮ। ਧਰਮ ਦੇ ਪ੍ਰਤੀ ਇਨਸਾਨ ਕੇਵਲ ਗੱਲਾਂ ਕਰਨਾ ਚਾਹੁੰਦਾ ਹੈ। ਐਕਚੁਅਲੀ ਧਰਮ ਨੂੰ ਕੋਈ ਵੀ ਬੰਦਾ ਆਪਣੀ ਲਾਈਫ 'ਚ ਲੈ ਕੇ ਨਹੀਂ ਆਉਣਾ ਚਾਹੁੰਦਾ। ਪਰ ਆਪ ਜਸਟ ਦੇਖੋ, ਕੇਵਲ ਮੂਰਤੀ ਦੇ ਬਾਰੇ ਮੈਂ ਗੱਲਾਂ ਕਰਾਂ, ਉੱਥੇ ਬੈਠਾ ਮੈਂ ਸਕੀਮਾਂ ਲਾਈ ਜਾਵਾਂ ਨਿੱਜਰ ਸਾਹਿਬ ਨਾਲ, ਨਿੱਜਰ ਸਾਹਿਬ ਵਿੱਚ ਮੂਰਤੀ ਕੱਢ ਲਈ ਤੇ ਕਿੱਡਾ ਵਧੀਆ ਬਣ ਜੇ, ਤੇ ਨਿੱਜਰ ਸਾਹਿਬ ਕਹਿਣ ਹਾਂਜੀ ਹਾਂ ਚਰਨ ਜੀ ਬਹੁਤ ਵਧੀਆ ਜੀ। ਹੁਣ ਦੋਨੋਂ ਹੀ ਗੱਲਾਂ ਕਰਕੇ ਸ਼ਾਮ ਤੱਕ ਫੀਲਿੰਗ ਲਈ ਜਾਈਏ, ਕੇਵਲ ਕਲਪਨਾ ਨਾ ਮੈਂ ਤੁਹਾਡੀ ਚੁੱਕਾਂ ਨਾ ਨਿੱਜਰ ਸਾਹਿਬ ਚੁੱਕਣ, ਕਿ ਸੱਚੀ ਉਹ ਪੱਥਰ ਦੇ ਵਿੱਚੋਂ ਇੱਕ ਦਿਨ ਮੂਰਤੀ ਬਣੇਗੀ ਨਾ। ਪਰ ਆਪਾਂ ਤੇ ਨਹੀਂ ਕਰਦੇ ਆ ਨਾ, ਗੁਰਦੁਆਰੇ ਜਾਂਦੇ ਆ, ਉੱਥੇ ਬਾਬਾ ਜੀ ਕਹਿੰਦੇ ਵੀ ਤੁਸੀਂ ਸੱਚ ਬੋਲਣਾ ਹੈ। ਠੀਕ ਹੈ ਜੀ, ਕਹਿਣ ਤੋਂ ਭਾਵ ਹੈ ਕਿ ਥੋੜਾ ਤੇ ਸੰਨੀ ਲੈ ਕੇ ਜਾਣੀ ਆ ਤੇ ਉੱਥੇ ਝੂਠ ਵਾਲੀ ਚੀਜ਼ ਨੂੰ ਕੱਟ ਦੇਣਾ। ਆਪਾਂ ਕਹਿੰਦੇ ਹਾਂ ਸੁਣ ਤੇ ਲਿਆ, ਪਰ ਮੂਰਤੀ ਨੂੰ, ਉਹ ਪੱਥਰ ਨੂੰ ਨਹੀਂ ਹੱਥ ਲਾਉਣਾ ਹੈ। ਇਹ ਜਿੱਦਾਂ ਰੱਬ ਨੇ ਦਿੱਤਾ ਨਾ, ਸਗੋਂ ਇਹ ਤੇ ਹੋਰ ਪੱਥਰ ਜੋੜ ਕੇ ਲੈ ਜਾਣਾ ਹੈ। ਬਿਲਕੁਲ, ਨਹੀਂ ਕੁਛ ਆਹੀ ਗੱਲ ਮੈਂ ਕਹਿਣਾ ਚਾਹੁੰਦਾ ਸੀ ਬਈ ਜਿਹੜਾ ਪੱਥਰ ਹੈਗਾ ਨਾ, ਉਹ ਹੋਰ ਜ਼ਿਆਦਾ ਜਿਹੜਾ ਹੈਗਾ ਉਹਦੇ ਵਿੱਚ ਜਿਹੜੀ ਹੈ ਅਣਘੜੀ ਚੀਜ਼ ਹੋਰ ਜ਼ਿਆਦਾ ਵੱਧ ਜਾਣੀ ਆ ਰੋਜ਼। ਇਹੀ ਕਹਿੰਦੇ ਨਾ ਜੀ ਨਾ, ਉਹ ਕਹਿੰਦੇ ਝੂਠ ਛੱਡ ਦੇ, ਇਹ ਪੱਥਰ ਲਾ ਦੇ ਨਾਲੋਂ। ਨਾ ਜੀ ਨਾ, ਇਹ ਤਾਂ ਬੜਾ ਪਿਆਰਾ ਹੈ, ਮੈਨੂੰ ਝੂਠ ਬੋਲਿਆ ਮੈਨੂੰ ਬੜਾ ਚੰਗਾ ਲੱਗਦਾ ਹੈ, ਮੇਰੀ ਲੋਕਾਂ ਦੀ ਇੱਜ਼ਤ ਕਿੰਨੀ ਵਧੀ ਪਈ ਆ। ਉਹ ਭੋਲਿਆ, ਤੂੰ ਲੋਕਾਂ ਦੀ ਇੱਜ਼ਤ ਦੀ ਪਰਵਾਹ ਕਰਦਾ, ਤੂੰ ਆਪਣੀ ਆਤਮਾ ਨਹੀਂ ਵੇਖਣ ਦੀ। ਤੈਨੂੰ ਕਿੰਨਾ ਤੈਨੂੰ ਕਿੰਨਾ ਬੇਇੱਜ਼ਤੀ ਮਹਿਸੂਸ ਨਹੀਂ ਹੁੰਦੀ ਕਿ ਤੇਰੀ ਆਤਮਾ ਨੂੰ ਤਾਂ ਪਤਾ ਹੈ ਤੂੰ ਇੱਕ ਨੰਬਰ ਦਾ ਨਕਮਾ ਆਦਮੀ ਆ। ਝੂਠ ਬੋਲ ਕੇ ਲੋਕਾਂ 'ਚ ਪਬਲਿਕ ਫਿਗਰ ਤੇਰੀ ਬਹੁਤ ਵਧੀਆ ਬਣੀ, ਪਰ ਸੱਚ ਨੂੰ ਤੂੰ ਐਕਸੈਪਟ ਕਿਉਂ ਨਹੀਂ ਕਰਦਾ? ਸੱਚ ਤੇ ਤੈਨੂੰ ਬਚਾਉਣਾ ਚਾਹੁੰਦਾ। ਸੱਚ ਕੀ ਆ? ਸ਼ੀਸ਼ਾ।
ਵੇਖੋ ਸ਼ੀਸ਼ੇ ਸਾਹਮਣੇ ਆਪਣੀ ਸ਼ਕਲ ਦੇਖੋ, ਤੁਹਾਨੂੰ ਦੱਸੂਗਾ ਇਹ ਸੱਚ ਕੀ ਹੈ। ਜੈਸਾ ਤੈਸਾ ਪ੍ਰਗਟ ਕਰਦਾ ਜੇ ਸੱਚ। ਸੱਚ ਕਹਿੰਦਾ ਤੂੰ ਜੋ ਮਰਜ਼ੀ ਕਰ ਲਾ, ਮੈਂ ਤੈਨੂੰ ਅਸਲੀਅਤ ਦਿਖਾਊਂਗਾ। ਸ਼ੀਸ਼ਾ ਬੜੀ ਤਗੜੀ ਚੀਜ਼ ਹੈ ਸੱਚ, ਪਰ ਸੱਚ ਨੂੰ ਸੁਣਨਾ ਕਿਹੜਾ ਚਾਹੁੰਦਾ। ਬੰਦਾ ਸੱਚ ਨੂੰ ਹਜਮ ਨਹੀਂ ਕਰਦਾ, ਪਰ ਸੱਚ ਨੂੰ ਜਦੋਂ ਆਪਾਂ ਹਜਮ ਕਰਨਾ ਸ਼ੁਰੂ ਕਰਦੇ ਆ ਨਾ, ਤੇ ਫਿਰ ਸਾਡਾ ਪਾਚਨ ਤੰਤਰ ਬੜਾ ਵਧੀਆ ਹੋ ਜਾਂਦਾ। ਫਿਰ ਅਸੀਂ ਔਖੀ ਚੀਜ਼ ਨੂੰ ਪਚਾ ਲੈਂਦੇ। ਪਹਿਲਾਂ ਥੋੜੀਆਂ ਚੀਜ਼ਾਂ, ਹਲਕੀਆਂ ਚੀਜ਼ਾਂ ਖਾਵਾਂਗੇ, ਕੱਲ ਨੂੰ ਫਿਰ ਵੱਡੇ ਸੱਚ ਸਾਡੇ ਸਾਹਮਣੇ ਪ੍ਰਗਟ ਹੁੰਦੀ ਹੈ ਤੇ ਅਸੀਂ ਹਜਮ ਕਰ ਲੈਂਦੇ ਹਾਂ, ਕਿਉਂਕਿ ਮੈਦਾ ਸਟਰੋਂਗ ਹੋ ਚੁੱਕਿਆ। ਠੀਕ ਹੈ, ਪਲੀਜ਼ ਇਹ ਚੀਜ਼ ਤੇ ਵਿਚਾਰ ਕੀਤੀ ਹੈ। ਮੈਂ ਥੋੜਾ ਤੁਹਾਡਾ ਸਮਾਂ ਲੈ ਲਿਆ, ਤੇ ਇਹ ਗੱਲਾਂ ਛੋਟੀਆਂ ਗੱਲਾਂ ਨੇ, ਛੋਟੇ ਟੂਲ ਨੇ, ਤੁਸੀਂ ਇਹਨਾਂ ਨੂੰ ਇਸਤੇਮਾਲ ਕਰਿਆ ਕਰੋ, ਫਰਕ ਪਵੇਗਾ, ਗਰੰਟੀ ਹੈ। ਨਹੀਂ ਕਰੋਗੇ ਤੇ ਪ੍ਰੋਗਰੈਸ ਤੇ ਨਹੀਂ ਹੋਊਗੀ। ਹਾਂ, ਪੱਥਰ ਦਾ ਸਾਈਜ਼ ਵੱਡਾ ਹੋ ਜਾਣਾ, ਹੋਰ ਵੱਡਾ ਹੋ ਜਾਣਾ, ਪਰ ਕਈ ਬੰਦੇ ਇੰਨੇ ਸਖਤ ਹੋ ਜਾਂਦੇ ਨੇ, ਉਹ ਜਿਹੜੇ ਬੇਘੜੇ ਜਿਹੇ ਪੱਥਰ ਹੋ ਗਏ, ਫਿਰ ਰੱਬ ਕੋਲ ਜਾਂਦੇ ਨੇ। ਉੱਥੇ ਧਰਮਰਾਜ ਕਹਿੰਦਾ ਭਾਓ ਇਹਨੂੰ ਜਿੰਨਾ ਕੁ ਪੱਥਰ ਲਾ ਕੇ ਲਿਆ, ਇਹਨੂੰ ਭੇਜੋ ਆਪ, ਪਹਿਲਾਂ ਪੱਥਰ ਤੇ ਘੱਟ ਕਰ। ਇਹ ਚੀਜ਼ ਫੈਕਟ ਆ, ਫੈਕਟ ਸੱਚ। ਜੇ ਕਿ ਤੁਸੀਂ ਅਨਘੜੀ ਮੂਰਤ ਪਰਮਾਤਮਾ ਦੇ ਕੋਲ ਵਾਪਸ ਲੈ ਕੇ ਗਏ ਨਾ, ਬਾਈ ਗੋਡ ਤੁਸੀਂ ਘੁੰਮ ਕੇ ਤੁਰੇ ਆਉਣਾ। ਸੱਚ ਹੈ, ਇਸ ਚੀਜ਼ ਨੂੰ ਆਪਣੀ ਅੰਡਰਸਟੈਂਡ ਕਰੋ। ਤੋ ਇੱਥੇ ਬਾਣੀ 'ਚ ਕਿਸੇ ਨੂੰ ਡਰਾਉਣ ਦਾ ਮਸਲਾ ਨਹੀਂ ਹੈ। ਜ਼ਿੰਦਗੀ ਦੇ ਵਿੱਚ ਦੇਖੋ, ਇਹ ਜਿੰਨੇ ਬ੍ਰਹਮ ਗਿਆਨੀ ਆ ਕੀ ਸਮਝਾ ਕੇ ਗਏ, ਉਹਨਾਂ ਕੇਵਲ ਗੱਲਾਂ ਨਹੀਂ ਕੀਤੀਆਂ, ਉਹਨਾਂ ਪ੍ਰੈਕਟੀਕਲੀ ਉਹ ਚੀਜ਼ਾਂ ਕੀਤੀਆਂ ਨੇ। ਔਰ ਉਹ ਕੀਤੀਆਂ ਕਿ ਨਹੀਂ ਕੀਤੀਆਂ, ਉਹਨੇ ਫਿਰ ਬਾਣੀ ਦੱਸਦੀ। ਪੱਲੋਂ ਲੈ ਗਏ ਨੇ, ਸੱਚਾ ਸੌਦਾ ਕਰਨ ਵਾਸਤੇ ਗੁਰੂ ਨਾਨਕ ਪਾਤਸ਼ਾਹ ਨੂੰ ਭੇਜਿਆ। ਗੁਰੂ ਨਾਨਕ ਪਾਤਸ਼ਾਹ ਨੇ ਭੁੱਖੇ ਸਾਧੂਆਂ ਨੂੰ ਰੋਟੀ ਖਵਾਈ। ਫਾਦਰ ਸਾਹਿਬ ਕੋਲ ਪਹੁੰਚੇ, ਫਾਦਰ ਸਾਹਿਬ ਗੁੱਸੇ 'ਚ ਆ ਗਏ, ਕਹਿੰਦੇ ਵੀ ਤੂੰ ਕੀ ਕੀਤਾ, ਇਹ ਕਿਹੜਾ ਸੱਚਾ ਸੌਦਾ। ਉਹ ਕਹਿੰਦੇ ਮੈਂ ਤੇ ਸੰਤਾਂ ਨੂੰ ਖਵਾਤੀ ਰੋਟੀ, ਭੁੱਖੇ ਵਿਚਾਰੇ। ਮੰਡਲੀ ਪੂਰੇ ਐ ਖੁਸ਼ ਹੋ ਗਏ ਨਾ, ਤੇ ਪੇਟ ਭਰ ਗਏ। ਸੱਚੇ ਦਾ ਮਤਲਬ ਹੀ ਇਹੋ ਹੀ ਆ ਕਿ ਸੱਚ ਜਿੱਥੇ ਲੋੜ, ਜਿੱਥੇ ਭੁੱਖੇ ਸਾਧੂ ਸਨ, ਨਾ ਕਿ ਜਿਨ੍ਹਾਂ ਦੇ ਢਿੱਡ ਭਰੇ ਸੀ ਉਹਨਾਂ ਦੇ ਢਿੱਡ 'ਚ ਪਾਤਾ। ਨਿਜਾ ਸਾਹਿਬ, ਇਹ ਵੀ ਫਰਕ ਜੇ। ਬਿਲਕੁਲ, ਇਹ ਪੁਆਇੰਟ ਆ। ਗੁਰੂ ਨਾਨਕ ਪਾਤਸ਼ਾਹ ਨੇ ਕੋਈ ਲੰਗਰ ਦੀ ਗੱਲ ਕੀਤੀ, ਜੇ ਸਭ ਮਿਸ ਇੰਟਰਪ੍ਰੇਟ ਕਰ ਰਿਹਾ। ਉੱਥੇ ਕਥਾ ਮੈਨੂੰ ਅਜੇ ਤੱਕ ਯਾਦ ਆ, ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਭੁੱਖੇ ਸਾਧੂਆਂ ਨੂੰ ਰੋਟੀ ਖਵਾਈ। ਬਿਲਕੁਲ ਸਹੀ ਗੱਲ ਹੈ ਗੋਰਖੀ ਸਾਹਿਬ। ਆਪਾਂ ਕੀ ਕਰ ਰਹੇ ਹਾਂ, ਆਪਾਂ ਲੰਗਰ ਲਾਉਂਦੇ ਹਾਂ ਤੇ ਰੱਜਿਆਂ ਨੂੰ ਹੋਰ ਰਜਾਉਂਦੇ ਹਾਂ, ਬਦਹਜ਼ਮੀ ਕਰਦੇ ਹਾਂ। ਉਹ ਵਿਚਾਰੇ ਜਿਹੜੇ ਭੁੱਖੇ, ਉਹ ਆ ਕੇ ਪੱਤਲ ਚੱਟਦੇ ਆ, ਉਹਨਾਂ ਨੂੰ ਡੰਡੇ ਮਾਰ ਕੇ ਭਜਾਉਂਦੇ ਆ ਆਪਾਂ। ਨਿਜਾ ਸਾਹਿਬ, ਭੁੱਖੇ ਦੀ ਗੱਲ ਹੋਈ ਹੈ ਨਾ, ਬਿਲਕੁਲ ਲੰਗਰ ਦੀ ਗੱਲ ਨਹੀਂ ਜੀ ਹੋਈ। ਉੱਥੇ ਕਿਹਾ ਭੁੱਖੇ ਸੰਤਾਂ ਨੂੰ ਰੋਟੀ ਖਵਾਈ। ਭੁੱਖੇ ਮਤਲਬ ਉਹਨਾਂ ਨੂੰ ਕਿਤੇ ਰੋਟੀ ਨਹੀਂ ਹੋਊਗੀ, ਉਹਨਾਂ ਦੀ ਕੀਤਾ ਕਿੱਥੋਂ ਦੀ ਮੰਡਲੀ, ਕਿੱਥੋਂ ਤੁਰੀ ਆਉਂਦੀ ਸੀ। ਉਹ ਵਿਚਾਰੇ ਖੋਜੀ ਸਨ, ਆਤਮ ਗਿਆਨ ਪ੍ਰਾਪਤ ਕਰਨਾ ਚਾਹੁੰਦੇ ਸਨ, ਉਹਨਾਂ ਨੂੰ ਭੁੱਖ ਲੱਗੀ ਸੀ, ਰੋਟੀ ਨਹੀਂ ਹੈਗੀ ਸੀ। ਕੀਤਾ ਕਿੱਦਾਂ ਦੀ ਕੰਡੀਸ਼ਨ ਸੀ। ਇਹ ਤੇ ਇੰਨੀ ਗੱਲ ਸੁਣੀ ਆ ਕਿ ਭੁੱਖੇ ਸਾਧੂਆਂ ਨੇ ਰੋਟੀ ਖਵਾਈ। ਕੀਤਾ ਕਿੰਨੇ ਦਿਨਾਂ ਦੀ ਰੋਟੀ ਨਹੀਂ ਖਾਧੀ ਉਹਨਾਂ। ਬਿਲਕੁਲ, ਇਹ ਸੱਚ ਤੇ ਸਾਨੂੰ ਨਹੀਂ ਪਤਾ। ਅਸਲ 20 ਰੁਪਏ ਦੀ ਗੱਲ ਹੋਈ, ਉਸ ਸਮੇਂ 'ਚ 20 ਰੁਪਏ ਦੀ ਤੇ ਕਾਫੀ ਜ਼ਿਆਦਾ ਵੱਡੀ ਅਮਾਊਂਟ ਹੋ ਗਈ। ਕੀਤਾ ਕੋਈ ਕਿੰਨੇ ਕੁ ਜ਼ਿਆਦਾ ਇਕੱਠੇ ਹੋਏ ਸਨ, ਜਿੰਨਾ ਕੋਈ ਪੈਸਾ ਨਹੀਂ ਹੈਗਾ ਸੀ, ਉਹ ਵਿਚਾਰੇ ਇੰਨਾ ਸਮਾਂ ਬਰਬਾਦ ਕਰ ਰਹੇ ਸੀ। ਹੋ ਸਕਦਾ ਗੁਰੂ ਨਾਨਕ ਪਾਤਸ਼ਾਹ ਨੇ ਲੰਗਰ ਨਾ ਲਾਇਆ ਹੋਵੇ, ਉਹਨਾਂ ਨੂੰ ਗਰੋਸਰੀ ਖਰੀਦ ਕੇ ਦੇ ਦਿੱਤੀ ਹੋਵੇ, ਲਓ ਵੀ ਰੋਟੀ ਖਾਓ। ਬਿਲਕੁਲ, ਹੈਨਾ। ਤਦ ਤੱਕ ਜਦ ਤੱਕ ਤੁਹਾਡਾ ਜੀਵਨ ਸੌਖਾ। ਜਿੱਦਾਂ ਮੇਰੇ ਘਰ ਹੀ ਆ ਜਾਓ, ਮੰਨ ਲਓ ਮੈਨੂੰ 2-4,000 5,000 ਦੀ ਗਰੋਸਰੀ ਦੀ ਲੋੜ ਆ, ਨਹੀਂ ਪੈਸੇ ਹੈਗੇ, ਤੇ ਤੁਸੀਂ ਮੈਨੂੰ ਲਿਆ ਕੇ ਦੇਤੀ, ਤੇ ਇਹ ਵੀ ਤੇ ਲੰਗਰ ਹੀ ਆ। ਲੰਗਰ ਦਾ ਮਤਲਬ ਇਹ ਥੋੜੀ ਕਿ ਇੱਕ ਦਿਨ ਰੋਟੀ ਲਾਈ ਤੇ ਗੱਲ ਖਤਮ ਹੋ ਗਿਆ। ਬਿਲਕੁਲ ਸਹੀ ਗੱਲ ਹੈ, ਬਿਲਕੁਲ। ਗੁਰੂ ਨਾਨਕ ਇਹ ਤਾਂ ਮੱਠ 'ਚ ਗਏ, ਹੁਣ ਉੱਥੇ ਮੱਠਾਂ 'ਚ ਉਹਨਾਂ ਭਗਤਾਂ ਕੋਲ ਪੈਸੇ ਨਾ ਹੋਣ, ਉਹਨਾਂ ਕਿਹਾ ਲਓ ਵੀ 20 ਰੁਪਏ ਰੱਖੋ, ਜਾਂ ਰਾਸ਼ਨ ਲਿਆਓ, ਕਣਕ ਲਿਆਓ, ਚੌਲ ਲਿਆਓ, 2-4 ਮਹੀਨੇ ਦੀ ਰਸਦ ਪਾਓ। ਬਿਲਕੁਲ ਸਹੀ ਗੱਲ ਹੈ। ਉਦੋਂ ਤਾਂ 20 ਰੁਪਏ ਹੀ ਪਤਾ ਨਹੀਂ ਕਿੰਨੇ ਕੁ ਹੋਣੇ ਆ। ਹਾਂ, ਤੇ ਲੋਕੀ ਕਹੀ ਜਾਂਦੇ ਲੰਗਰ ਲਾਇਆ। ਲੰਗਰ ਮੇਰੇ ਹਿਸਾਬ ਨਾਲ ਏਦਾਂ ਦੀ ਟੈਕਨੀਕ ਹੋਊਗੀ, ਪਰ ਨਹੀਂ। ਆਪਾਂ ਲੋਕ ਹਮੇਸ਼ਾ ਹੀ ਗੱਲ ਨੂੰ ਘੁਮਾ ਦਿੰਦੇ, ਆਪਣੇ ਮਤਲਬ ਦੇ ਨਾਲ ਉਹਦਾ ਮਤਲਬ ਕੱਢ ਲੈਂਦੇ। ਜਦੋਂ ਗੁਰੂ ਨਾਨਕ ਸਾਹਿਬ ਜਿੰਦਾ ਸਨ, ਉਦੋਂ ਉਹਨੂੰ ਕਹੀ ਜਾਂਦੇ ਸੀ, ਓਏ ਜੀ ਕੁਰਾਈਆ ਹੈ, ਇਹ ਭੂਤਨਾ ਹੈ, ਇਹ ਬੇਤਾਲਾ ਹੈ। ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਇਹ ਗੱਲਾਂ ਲਿਖੀਆਂ ਨੇ। ਬਿਲਕੁਲ ਗੋਰਖੀ ਸਾਹਿਬ, ਉਦੋਂ ਦੇ 20 ਰੁਪਈਏ ਜਿਹੜੇ ਆ, 20 ਰੁਪਈਏ ਦਿੱਤੇ ਆ, ਇਹਦਾ ਮਤਲਬ ਵੀ ਉਹ ਸਫੀਸ਼ੀਐਂਟ ਅਮਾਊਂਟ ਹੈਗਾ ਬਿਜ਼ਨਸ ਦੇ ਵਾਸਤੇ। ਘੱਟ ਤੋਂ ਘੱਟ ਅੱਜ ਦੇ ਜਿਹੜੇ 20 ਲੱਖ ਦੇ ਬਰਾਬਰ ਹੋਣੇ ਆ 20 ਰੁਪਈਏ ਉਦੋਂ। ਆਪਦਾ ਕੀਤਾ ਕਿੱਡੀ ਕੁ ਵੱਡੀ ਉਹਨਾਂ ਨੇ ਗਰੋਸਰੀ। ਇਹ ਥੋੜੀ ਲੰਗਰ ਲਾ ਕੇ ਉੱਥੇ ਆ ਗਏ ਸੀ, ਲੰਗਰ ਕਿੱਥੇ ਲਾਉਣਾ ਸੀ। ਬਿਲਕੁਲ, ਉਹ ਮੇਰੇ ਸਾਹਮਣੇ ਪੈਸੇ ਦਿੱਤੇ,
ਕੋਈ ਗਰੋਸਰੀ ਖਰੀਦ ਕੇ ਦੇਤੀ ਜਾਂ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਤੀਆਂ, ਕੋਈ ਆਸ਼ਰਮ ਹੋਊ ਜਾਂ ਕੋਈ ਤਪਸਥਾਨ ਹੋਊ, ਕੁਛ ਹੋਊਗਾ ਜਿੱਥੇ ਉਹ ਨੇਕ ਕਮਾਈ ਲਾਈ। ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ ਗੱਲ ਹੈ। ਔਰ ਭੁੱਖਿਆਂ ਦੀ ਗੱਲ ਆਉਂਦੀ ਹੈ ਤਾਂ ਭੁੱਖੇ ਸਾਧੂਆਂ ਨੂੰ ਰੋਟੀ, ਇਹ ਮੈਨੂੰ ਪੱਕਾ ਪਤਾ ਹੈ, ਗਰੰਟੀ ਹੈ। ਮੈਂ ਜਦੋਂ ਵੀ ਗੁਰੂ ਨਾਨਕ ਪਾਤਸ਼ਾਹ ਦੀ ਸਾਖੀ ਪੜ੍ਹੀ ਸੀ, ਕਿਤੇ ਬਚਪਨ ਚ ਪੜ੍ਹੀ ਹੋਗੀ, ਹੁਣ ਤੇ ਨਹੀਂ ਕਦੇ ਪੜ੍ਹੀ, ਲਿਖਿਆ ਹੈ ਭੁੱਖੇ ਸਾਧੂਆਂ ਨੂੰ ਲੰਗਰ ਖਵਾ। ਲੰਗਰ ਦਾ ਮਤਲਬ ਕੁਛ ਤੇ ਕੀਤਾ। ਇੱਥੇ ਠੀਕ ਹੈ, ਆਪਾਂ ਕਥਾ ਤੇ ਵਾਪਸ ਆਉਨੇ ਆ। ਫਿਰ ਨਿਜਾ ਸਾਹਿਬ ਕਥਾ ਬੋਲੋ ਪਲੀਜ਼। ਕਬੀਰ ਕਾਲ ਕਰੰਤਾ ਅਬ ਹੈ ਕਰ, ਅਬ ਕਰਤਾ ਸੋਇ ਤਾਲ, ਪਾਛੈ ਕਛੂ ਨਾ ਹੋਏਗਾ, ਜੋ ਸਿਰ ਪਰ ਆਵੇ ਕਾਲ। ਹਾਂਜੀ ਵੀਰ ਜੀ, ਕੱਲ ਹੁਣ ਨੂੰ ਕਹਿੰਦੇ ਜੇ ਤੂੰ ਕੋਈ ਚੰਗਾ ਕੰਮ ਕਰਨਾ ਹੈ, ਕੱਲ ਨਹੀਂ ਕਰਨਾ, ਉਹਨੂੰ ਅਬੇ ਕਰ। ਹਾਂ, ਅੱਜ ਹੀ ਕਰ ਲਾ। ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਸੀ, ਹਮ ਆਦਮੀ ਹਾਂ ਇੱਕ ਦਮੀ, ਮੈਂ ਜੋ ਕਰਨਾ ਹੁਣੇ ਕਰਨਾ। ਜੇ ਤੁਹਾਡੇ ਨਾਲ ਕੋਈ ਨਾਰਾਜ਼ ਆ, ਕੋਈ ਤੁਹਾਡੇ ਨਾਲ ਨਹੀਂ ਬੋਲਦਾ, ਤੁਸੀਂ ਕਹੋ ਉਹਨੂੰ ਬੁਲਾ ਲਾਂਗੇ, ਉਹਨੂੰ ਕੱਲ ਨਾ ਬੁਲਾਓ, ਉਹਨੂੰ ਅੱਜ ਬੁਲਾਓ, ਹੁਣ ਕਰੋ ਉਹਨੂੰ। ਬਈ ਤੂੰ ਨਾਰਾਜ਼ ਸੀ, ਮੈਂ ਨਾਰਾਜ਼ ਸੀ ਯਾਰ, ਸੌਰੀ, ਪਤਾ ਨਹੀਂ ਕੀ ਗੱਲ ਹੋਈ, ਮੈਂ ਤੇਰੇ ਤੋਂ ਥੋੜਾ ਦੂਰ ਹੋ ਗਿਆ ਯਾਰ, ਤੇ ਯਾਰ ਸੌਰੀ ਮੈਂ ਕਹਿੰਦਾ ਯਾਰ, ਮੈਨੂੰ ਨਹੀਂ ਪਤਾ ਗਲਤੀ ਕੀਤੀ, ਪਰ ਮੈਂ ਸੌਰੀ ਫੀਲ ਕਰਦਾ। ਅੱਜ ਤਾਂ ਅੱਜ ਚੀਜ਼ ਖਤਮ ਹੋ ਸਕਦੀ ਹੈ, ਪਰ ਬੰਦਾ ਏਦਾਂ ਨਹੀਂ ਕਰਦਾ। ਬੰਦਾ 30 ਸਾਲ ਨਫ਼ਰਤ ਨੂੰ ਪਾਲਦਾ। ਜਿੰਨੇ ਜ਼ਿਆਦਾ ਸਾਡੇ ਮਕਾਨ ਵੱਡੇ ਹੋਏ ਨਾ, ਉਨੀਆਂ ਸਾਡੇ ਜੀਵਨ 'ਚ ਦੀਵਾਰਾਂ ਵੱਡੀਆਂ। ਅੱਜ ਤੋਂ 30 ਸਾਲ ਪਹਿਲਾਂ ਲਾਓ, ਤੁਸੀਂ ਤਾਂ ਵੈਸੇ ਬਹੁਤ ਸੁਥਰਾ ਜੀਵਨ ਵੇਖਿਆ, ਇੰਨੀਆਂ ਲੋਕਾਂ 'ਚ ਨਫ਼ਰਤਾਂ ਨਹੀਂ ਸਨ। ਲੋਕ ਬਹੁਤ ਰਲ ਕੇ ਰਹਿੰਦੇ ਸਨ, ਇਕੱਠੇ ਰਹਿੰਦੇ ਸਨ। ਸਾਡੇ ਪਿੰਡ ਇੱਕ ਟੀਵੀ ਆਇਆ, ਮੈਨੂੰ ਹਜੇ ਵੀ ਯਾਦ ਆ, ਮੁੰਡਾ ਸਿੰਗਾਪੁਰ ਤੋਂ ਆਇਆ ਸੀ। ਉਹ ਤੁਹਾਨੂੰ ਛੋਟਾ ਜਿਹਾ ਟੇਪ ਰਿਕਾਰਡ ਦਿੱਤਾ ਸੀ ਉਹਨੇ, ਬਾਹਰੋਂ ਲੈ ਕੇ ਆਇਆ ਸੀ। ਉਦੋਂ ਫੈਸ਼ਨ ਹੁੰਦਾ ਸੀ ਕਿ ਬਾਹਰੋਂ ਬੰਦਾ ਆਇਆ ਤੇ ਉਹ ਗਿਫਟ ਲੈ ਕੇ ਆਉਂਦੇ ਨਿਜਾ ਸਾਹਿਬ, ਤੇ ਉਹ ਗਿਫਟ ਲੈ ਕੇ ਆਇਆ ਸਾਨੂੰ, ਉਹਨੇ ਦਿੱਤਾ। ਫਿਰ ਉਹਨੇ ਟੀਵੀ ਲਿਆਂਦਾ ਸੀ ਵੀ, ਤੇ ਸਾਰਾ ਪਿੰਡ ਨਿਜਾ ਸਾਹਿਬ ਉਹਨਾਂ ਦੇ ਘਰ ਟੀਵੀ ਵੇਖਣ ਜਾਣ, ਰੰਗੀਨ ਟੀਵੀ ਸੀ ਉਹ। ਤੇ ਮਤਲਬ ਦੋਸਤ ਗੱਲਾਂ ਹੁਣ ਵੇਖੋ ਰੇਅਰ ਨੇ। ਲੋਕ ਜ਼ਿੰਦਗੀ ਨੂੰ ਇੰਜੋਏ ਬਹੁਤ ਕਰਦੇ। ਇਹਦੇ ਪਤਾ ਲੱਗ ਜੇ ਨਾ, ਆਹ ਮਾਮੂਲੀ ਜੇ ਸਿੰਗਰ ਹੋਣੇ, ਜਾਂ ਮੈਨੂੰ ਹੁਣ ਮੇਰੇ ਸਾਹਮਣੇ ਲੈ ਉਹਨਾਂ ਸਿੰਗਰਾਂ ਨੂੰ, ਮੈਂ ਵੇਖਾਂ ਵੀ ਨਾ ਉਹਨਾਂ ਨਾਲ। ਉਦੋਂ ਕਿਸੇ ਦੇ ਵਿਆਹ ਤੇ ਕੋਈ ਗੀਤਕਾਰ ਰੇੜੇ ਦੇ ਮਗਰ ਖਲੋ ਕੇ ਉਹਨਾਂ ਨੇ ਸਟੇਜ ਬਣਾ ਲੈਣੀ, ਉੱਥੇ ਗਾਣਾ ਗਾ ਲੈਣਾ, ਇੱਕ ਟੁੱਟਾ ਜਿਹਾ ਸਪੀਕਰ ਲੱਗਾ ਹੋਣਾ, ਤੇ ਲੋਕਾਂ ਨੇ ਬਿਨਾਂ ਵਿਆਹ ਨਹੀਂ ਵੇਖਣਾ ਦੇ, ਲੋਕਾਂ ਨੇ ਕਹਿਣਾ ਵੀ ਸਿੰਗਰ ਆਇਆ ਵਾ, ਅਸੀਂ ਸੁਣਨ ਆਉਣਾ। 3-3 4-4 ਪਿੰਡ ਇਕੱਠੇ ਹੋਏ ਨੇ ਨਿਜਾ ਸਾਹਿਬ। ਇਹ ਲੋਕ ਸਮੇਂ ਦੇ ਹਿਸਾਬ ਨਾਲ। ਤੇ ਹੁਣ ਤੇ ਲੋਕੀ ਕਿਸੇ ਨੂੰ ਬੁਲਾਈਏ ਤੇ ਕੋਈ ਮੌਕਾ ਨਹੀਂ ਡਰਦਾ, ਉਹ 2-4 ਮਿੰਟ ਆਉਣਗੇ, ਮੂੰਹ ਵੇਖੋ ਜਿੱਦਾਂ ਭਾਈਆਂ ਉੱਡੀਆਂ ਹੁੰਦੀਆਂ ਬੰਦਿਆਂ ਦੀਆਂ। ਬੰਦੇ ਨੇ ਆਪਣੀ ਜ਼ਿੰਦਗੀ ਨੂੰ ਬਹੁਤ ਟਫ ਬਣਾ ਲਿਆ, ਮੁਸ਼ਕਲ ਬਣਾ ਲਿਆ। ਇਨਸਾਨ ਜਿਹੜਾ ਹੱਸਣਾ ਭੁੱਲ ਗਿਆ। ਹੱਸਿਆ ਕਰੋ ਜ਼ਿੰਦਗੀ 'ਚ ਨਾ, ਹੱਸਣਾ ਬਹੁਤ ਜ਼ਰੂਰੀ। ਇਸ ਕਰਕੇ ਲੋਕ ਪਰੇਸ਼ਾਨ ਹੋ ਰਹੇ ਨੇ। ਖੁਸ਼ ਰਿਹਾ ਕਰੋ। ਜਿੰਨਾ ਤੁਸੀਂ ਆਪਣੇ ਅੰਦਰ ਜ਼ਹਿਰ ਘੋਲਦੇ ਜੋ, ਅੱਜ ਪਲੀਜ਼ ਮੇਰੀਆਂ ਕੁਝ ਗੱਲਾਂ, ਅੱਜ ਦੀ ਕਥਾ ਜੇ ਤੁਸੀਂ ਪੱਲੇ ਬੰਨ੍ਹ ਲੈਂਦੇ ਨਾ, ਤੁਹਾਡਾ ਜੀਵਨ ਜਿਹੜਾ ਨਾ ਸਵਰਗ ਹੋ ਸਕਦਾ। ਹਾਂਡੀ ਉਬਲੇਗੀ ਨਾ ਤੇ ਕਹਿੰਦੇ ਆਪਣੇ ਕੰਢੇ ਤੇ ਸਾਡੇ। ਤੁਸੀਂ ਅਸਲ 'ਚ ਕਿਸੇ ਨਾਲ ਨਫ਼ਰਤ ਕਰਕੇ ਕਿਸੇ ਦਾ ਕੁਝ ਨੁਕਸਾਨ ਨਹੀਂ ਕਰ ਰਹੇ। ਤੁਸੀਂ ਆਪਣੇ ਔਰਗਨਾਂ, ਆਪਣੇ ਅੰਦਰ ਜਿਹੜੇ ਤੁਹਾਡਾ ਨਰਵ ਸਿਸਟਮ, ਤੁਸੀਂ ਇਹਨੂੰ ਡੈਮੇਜ ਕਰ ਰਹੇ ਜੋ। ਅੱਜ ਨਹੀਂ ਕੱਲ ਨਹੀਂ, ਉਹ ਚੀਜ਼ ਦੀ ਭਰਵਾਈ ਤੁਸੀਂ ਕਰਨੀ ਆ। ਨਫ਼ਰਤ ਕਰਕੇ, ਈਰਖਾ ਕਰਕੇ ਤੁਹਾਨੂੰ ਕੁਛ ਨਹੀਂ ਪ੍ਰਾਪਤ ਹੋਣਾ। ਤੁਹਾਨੂੰ ਇੱਕ ਸਮਾਂ ਆਊਗਾ ਇਹਨਾਂ ਮਾਨਸਿਕ ਬਿਮਾਰੀਆਂ ਨੇ ਕਿ ਚਿੰਬੜ ਜਾਣਾ ਜੀ। ਇਹ ਗੱਲਾਂ ਪੱਕੀਆਂ ਜੇ। ਆਪ ਪਲੀਜ਼ ਸਮਝੋ, ਇੱਕ ਗੱਡੀ ਆ, ਹਰ ਦਿਨ ਥੋੜੀ ਓਵਰ ਹੀਟ ਹੋ ਰਹੀ ਆ। ਨਿਜਾ ਸਾਹਿਬ ਉਹਦੇ ਇੰਜਨ ਨਾਲ ਕੀ ਹੋਵੇਗਾ? ਉਹ ਤਾਂ ਖਰਾਬ ਹੋ ਜਾਏਗਾ ਇੰਜਨ, ਬਿਲਕੁਲ। ਤੁਹਾਡਾ ਅੰਦਰ ਸਰੀਰ ਨੂੰ ਕੁਛ ਨਹੀਂ ਹੋਊਗਾ। ਜਿਹਨੇ ਓਵਰ ਥਿੰਕਿੰਗ ਕਰ ਰਹੇ ਜੋ, ਓਵਰ ਈਟਿੰਗ ਕਰਦੇ ਜੋ, ਕੁਛ ਵੀ ਓਵਰ ਕਰਦੇ ਆ, ਤੇ ਫਿਰ ਉਹ ਚੰਗਾ ਨਹੀਂ ਹੈ, ਉਹ ਸਾਡੇ ਲਈ ਬੁਰਾ ਹੈ। ਇੱਥੇ ਕਬੀਰ ਸਾਹਿਬ ਇਹ ਕਹਿ ਰਹੇ ਨੇ ਕਿ ਕਹਿੰਦੇ ਜੋ ਤੂੰ ਕਰਨਾ ਹੈ ਤੂੰ ਅੱਜ ਕਰ। ਆਹ ਗੱਲਾਂ ਜੋ ਤੂੰ ਕਹਿ ਰਿਹਾ ਹੈ, ਕੇਵਲ ਗੱਲਾਂ ਪੜ੍ਹ ਕੇ ਸੁਣ ਕੇ ਕੁਛ ਨਹੀਂ ਹੋਣਾ। ਪੜ੍ਹੇ ਲਿਖੇ ਕਿਆ ਹੋਏ? ਪੜ੍ਹੇ ਲਿਖੇ ਨਾਲ ਕੀ ਹੋਊਗਾ ਜੇ ਤੂੰ ਪ੍ਰੈਕਟੀਕਲ ਕਰੇਂਗਾ ਹੀ ਨਹੀਂ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਤੁਸੀਂ ਜਿਹੜਾ GPS ਖੋਲ ਲਿਆ, GPS ਖੋਲ ਕੇ ਬਸ ਫਿਰ ਬੰਦ ਕਰਤਾ, ਦੇਖ ਦਾਖ ਕੇ ਸਾਰਾ ਜਿਹੜਾ ਹੈਗਾ ਪੂਰਾ ਕੈਲਕੂਲੇਸ਼ਨ ਕਰਕੇ। ਬਸ
ਆਇਆ ਇਸ ਕਰਕੇ ਇਹ ਮਨ ਦਾ ਦੋਸ਼ ਹੈ ਨਿੱਜਰ ਸਾਹਿਬ, ਇਹ ਕਲਪਨਾ ਮਨ ਦਾ ਦੋਸ਼ ਆ। ਇਮੇਜਿਨੇਸ਼ਨ, ਕੇਵਲ ਕਲਪਨਾ, ਕਰਨਾ ਕੁਛ ਨਹੀਂ। ਇਨਸਾਨ ਕਲਪਨਾ ਕਰਦਾ ਹੈ। ਹਾਂਜੀ ਨਿੱਜਰ ਸਾਹਿਬ, ਅਗਲੇ ਬੰਦੇ ਕਹਿੰਦੇ ਜੋ ਤੂੰ ਕਰਨਾ ਹੁਣੇ ਕਰਨਾ ਵਾ, ਅਗਲੀ ਤੋਂ ਕੋਲ ਨਿੱਜਰ ਸਾਹਿਬ ਪਾਛੇ ਕੁਛ ਨਾ ਹੋਏਗਾ। ਜੋ ਸਿਰ ਪਰ ਆਵੇ ਕਾਲ, ਕਹਿੰਦੇ ਤੇਰਾ ਸਮਾਂ ਤਾਂ ਨਿਰਧਾਰਿਤ ਆ, ਸਵਾਸ ਤੇਰੇ ਲਿਮਟਿਡ ਹੈਗੇ ਆ। ਜਦ ਕਾਲ ਆ ਗਿਆ ਤੇ ਫਿਰ ਸਿਰ ਤੇ ਉੱਤੇ ਆ ਗਿਆ, ਫਿਰ ਤੂੰ ਕਹੇ ਹੁਣ ਜਿਹੜਾ ਹੁਣ ਮੈਂ ਕਰਨਾ ਹੈ, ਤੇ ਫਿਰ ਕਹਿੰਦੇ ਕੁਛ ਵੀ ਨਹੀਂ ਹੋਣਾ ਪਿਆਰਿਆ, ਕੁਛ ਵੀ ਨਹੀਂ ਹੋਣਾ। ਹਾਂ, ਕਹਿਣ ਤੋਂ ਭਾਵ ਹੈ ਆ ਪਲੀਜ਼ ਅੰਡਰਸਟੈਂਡ ਕਰੋ। ਹੁਣ ਮੈਂ ਇਹ ਚੀਜ਼ ਨੂੰ ਸੌਖਾ ਕਰਦਾ ਤੁਹਾਨੂੰ। ਕੋਈ ਕੰਮ ਆ ਤੁਸੀਂ ਕਰਨਾ ਵਾ, ਉਹਦੇ ਲਈ 4 ਘੰਟੇ 3 ਘੰਟੇ ਲੱਗਣੇ ਆ, ਤੁਸੀਂ ਸਾਰਾ ਦਿਨ ਆਪਣਾ ਗੱਪਾਂ 'ਚ ਕੱਢਤਾ, ਹੁਣ ਤੁਹਾਡੇ ਕੋਲ 2 ਘੰਟੇ ਰਹਿ ਗਏ ਆ, ਉਹ 4 ਘੰਟੇ ਦਾ ਕੰਮ ਤੁਸੀਂ ਕਿੱਦਾਂ ਕਰ ਸਕਦੇ ਹੋ? ਦੱਸੋ, ਪੋਸੀਬਲ ਹੈਗਾ? ਨਾ, ਕਿੱਥੋਂ ਹੋਊਗਾ? ਪੋਸੀਬਲ ਨਹੀਂ ਆ। ਉਹ ਕਹਿੰਦੇ ਆ ਕਿ ਆ ਦੇਖ, ਅਧਿਆਤਮਿਕ ਜੀਵਨ ਜਿਹੜਾ ਹੈ ਨਾ, ਉਹ ਤੈਨੂੰ ਸੁਖੀ ਦੇਣਾ ਸੀ। ਜਦੋਂ ਜ਼ਿੰਦਗੀ ਲੰਘ ਗਈ ਤੇਰੀ ਤੇ ਚਲ ਮੁਕਤੀ ਤੇ ਤੇਰੀ ਹੋ ਜੂਗੀ, ਪਰ ਤੈਨੂੰ ਤੇਰਾ ਜੀਵਨ ਬੜਾ ਸੌਖਾ ਲੰਘ ਸਕਦਾ ਸੀ। ਅੱਜ ਮੈਂ ਨਾ ਉਹ ਮੈਂ ਗੱਡੀ ਚਲਾਈ, ਮੈਂ ਜਸਟ ਪਲੀਜ਼ ਮੈਨੂੰ ਨਾ ਕੁਛ ਅਕਲ ਆਉਂਦੀ ਹੈ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਮੈਂ ਬੜੀਆਂ ਗੱਡੀ ਤਾਂ ਤੇਜ਼ ਚਲਾਉਂਦਾ, ਮੇਰੀ ਆਦਤ ਹੈ ਗੱਡੀ ਬਹੁਤ ਤੇਜ਼ ਚਲਾਉਂਦਾ। ਆਉਂਦਿਆਂ ਨਾ ਮੈਂ ਤੇ ਅਸੀਂ ਵਾਪਸ ਆਏ ਆ, ਮੰਮੀ ਸੁਣਦੀ ਪਈ ਕਥਾ। ਮੰਮੀ ਕਹਿੰਦੀ ਬੜੀ ਛੇਤੀ ਪਹੁੰਚ ਗਿਆ। ਤੇ ਮੈਂ ਗੱਡੀ 60-70 ਦੀ ਸਪੀਡ ਨਾਲ ਚਲਾਈ, ਬੜਾ ਹੀ ਆਨੰਦ ਆਇਆ, ਬਹੁਤ ਮਨ ਖੁਸ਼ ਹੋਇਆ, ਵਧੀਆ ਲੱਗਾ। ਕਈ ਵਾਰੀ ਨਾ ਆਪਾਂ ਜ਼ਿੰਦਗੀ 'ਚ ਬਹੁਤ ਸਪੀਡ ਨਾਲ ਚੱਲਦੇ ਹਾਂ, ਗੱਡੀ ਦੀ ਨਹੀਂ ਗੱਲ ਕਰਦਾ, ਆਪਣੀ ਜ਼ਿੰਦਗੀ ਦੀ ਸਪੀਡ ਤੇ ਭੱਜੇ ਜਾਵਾਂਗੇ, ਫਿਰ ਜਰਨੀ ਚੰਗੀ ਥੋੜੀ ਲੱਗਦੀ ਹੈ। ਨਾ ਕੋਈ ਦਿਖਣਾ, ਨਾ ਸੱਜੇ ਨਾ ਖੱਬੇ, ਨਾ ਤੁਹਾਨੂੰ ਪਤਾ ਲੱਗਣਾ ਕੀ ਹੋ ਰਿਹਾ। ਉੱਥੇ ਫਿਰ ਤੁਹਾਡਾ ਧਿਆਨ ਤੇ ਸਪੀਡ 'ਚ ਹੀ ਰਹਿਣਾ। ਜ਼ਿੰਦਗੀ ਦੇ ਵਿੱਚ ਇੱਕ ਠਰਮਾ, ਇੱਕ ਸਹਿਜ ਬਹੁਤ ਜ਼ਰੂਰੀ। ਕੋਈ ਵੀ ਕੰਮ ਹੈ, ਦੇਖੋ ਉਹ ਸੰਗੀਤ ਜਦੋਂ ਤੁਸੀਂ ਪ੍ਰੋਪਰ ਹੌਲੀ ਹੌਲੀ ਉੱਤੇ ਉਂਗਲਾਂ ਚਲਾਉਂਦੇ ਜੋ ਨਾ, ਤੇ ਤਾਂ ਹੀ ਨਿੱਜਰ ਸਾਹਿਬ ਵਿੱਚ ਮਿਊਜ਼ਿਕ ਆਉਂਦਾ। ਤੇ ਜੇ ਦਵਾ ਦਾ ਉਂਗਲਾਂ ਨੱਪੀ ਜਾਓਗੇ, ਉੱਥੋਂ ਕਿੱਥੇ ਮਿਊਜ਼ਿਕ ਨਿਕਲਣਾ ਨਾ। ਇਸੇ ਤਰ੍ਹਾਂ ਜ਼ਿੰਦਗੀ ਆ। ਜ਼ਿੰਦਗੀ 'ਚ ਤੁਸੀਂ ਹਰ ਚੀਜ਼ ਨੂੰ, ਹਰ ਪਹਿਲੂ ਨੂੰ ਦੇਖੋ। ਜ਼ਿੰਦਗੀ ਕੋਈ ਕਿਤਾਬਾਂ 'ਚ ਨਹੀਂ ਆ। ਜ਼ਿੰਦਗੀ ਦਾ ਸੁੱਚਾਂ ਦਾ ਮਤਲਬ ਤੁਹਾਡਾ ਚੱਲਣਾ, ਤੁਹਾਡਾ ਖਾਣਾ ਖਾਣਾ, ਤੁਹਾਡਾ ਬਹਿਣਾ, ਤੁਹਾਡਾ ਆਪਣੇ ਪਰਿਵਾਰ ਨਾਲ ਬਹਿਣਾ, ਉਹਨਾਂ ਗੱਲਾਂ ਕਰਨੀਆਂ, ਉਹੀ ਇੱਕ ਜ਼ਿੰਦਗੀ ਦਾ ਬੜਾ ਵੱਡਾ ਹਿੱਸਾ ਹੈ। ਨਹੀਂ ਕੁਛ ਤੁਹਾਨੂੰ ਪਤਾ ਤੇ ਕੋਈ ਗੱਲ ਨਹੀਂ। ਹੁਣ ਆਪਾਂ ਨਾਰਮਲੀ ਗੱਲਾਂ ਕੀ ਕਰਦੇ ਹਾਂ, ਹੁਣ ਇੱਥੇ ਕਈ ਵਾਰੀ ਆਪਾਂ ਵੇਖਦੇ ਹਾਂ, ਆਮ ਬੰਦਾ ਘਰਾਂ 'ਚ ਬੈਠਾ ਹੈ, ਉੱਥੇ ਕੀ ਗੱਲ ਕਰਨੀ ਜੀ? ਕੁਛ ਵੀ ਨਹੀਂ ਗੱਲ ਹੈਗੀ। ਗੱਲ ਕਿਉਂ ਨਹੀਂ ਹੈਗੀ? ਉਹਨੂੰ ਪੁੱਛੋ ਯਾਰ ਸਵੇਰ ਤੋਂ ਸ਼ਾਮ ਤੱਕ ਤੂੰ ਕੀ ਕੀਤਾ? ਤੁਹਾਡੇ ਕੋਲ ਵਾਧੂ ਗੱਲਾਂ ਨਿੱਜਰ ਸਾਹਿਬ। ਬਿਲਕੁਲ। 2 ਮਿੰਟ ਪੁੱਛ ਲਓ ਦਫ਼ਤਰ 'ਚ ਕੀ ਹੋਇਆ, ਫਿਰ ਅਗਲਾ ਦੱਸੂਗਾ ਵੀ ਮੈਂ ਗਿਆ ਸੀ ਦਫ਼ਤਰ, ਅੱਜ ਮੈਂ ਲੇਟ ਹੋ ਗਿਆ ਯਾਰ, ਫਿਰ ਉਦਾਂ ਆਇਆ, ਮੈਨੂੰ ਫਲਾਨਾ ਬੰਦਾ ਮਿਲਿਆ, ਢਿਮਕਾ ਮਿਲਿਆ। ਫਿਰ ਗੱਲਾਂ 'ਚ ਗੱਲਾਂ ਜੁੜ ਜਾਂਦੀਆਂ, ਤਾਈਓ ਤੇ ਤੁਸੀਂ ਇੱਕ ਦੂਜੇ ਨੂੰ ਜਾਣੋਗੇ। ਹੋਰ ਤੁਸੀਂ ਕਿਹੜਾ ਰੋਕਟ ਸਾਇੰਸ ਦੀ ਗੱਲ ਕਰਨੀ ਆ ਕਿ ਨਾਸਾ ਨੇ ਕੀ ਬਣਾਇਆ, ਇਸਰੋ ਕੀ ਬਣਾਉਂਦੇ ਆ? ਜ਼ਿੰਦਗੀ ਤੇ ਦੇਖੋ, ਤੁਸੀਂ ਜਦੋਂ ਆਪਣੀਆਂ ਛੋਟੀਆਂ ਛੋਟੀਆਂ ਗੱਲਾਂ ਇੱਕ ਦੂਜੇ ਨਾਲ ਸਾਂਝੀਆਂ ਕਰੋਗੇ ਤੇ ਤੁਸੀਂ ਇੱਕ ਦੂਜੇ ਦੇ ਕਰੀਬ ਆਓਗੇ। ਪਰ ਆਪਾਂ ਕਿਹੜੀ ਗੱਲ ਕਰਦੇ ਹਾਂ? ਰੋਟੀ ਬਣ ਗਈ ਆ, ਅੱਛਾ ਹੁਣ ਕਿਹਦਾ ਆਇਆ ਸੀ, ਕੌਣ ਆਇਆ, ਕੌਣ ਗਿਆ, ਬੱਚੇ ਸਕੂਲੇ ਚਲ ਗਏ, ਹਾਂ ਆ ਗਏ, ਗੱਲ ਖਤਮ। ਗੱਲਾਂ ਭਾਵੇਂ 10 ਮਿੰਟ ਬੈਠੋ, ਚਾਹੇ ਕਿ ਨਾਟਕ ਬਾਰੇ ਗੱਲ ਕਰ ਲਓ, ਕੁਛ ਵੀ ਗੱਲ ਕਰੋ, ਆਪਣੇ ਸਾਥੀ ਨੂੰ ਦੱਸੋ ਕਿ ਮੈਂ ਇੰਟਰਸਟਡ ਹਾਂ ਤੇਰੇ, ਮੈਨੂੰ ਤੇਰੀ ਗੱਲਾਂ 'ਚ ਰੁਚੀ ਆ। ਬੇਸ਼ੱਕ ਉਹ ਗੱਲਾਂ ਭਾਵੇਂ ਨਲਾਇਕੀ ਕਰਦਾ ਹੋਵੇ, ਉਹ ਸੁਣੋ ਯਾਰ ਉਹਨੂੰ। ਨਹੀਂ ਸੁਣੋਗੇ ਤੇ ਬਸ ਤੁਸੀਂ ਇੱਕ ਦੋ ਸਰੀਕੇ ਥੱਲੇ ਬੈਠੇ ਹੋ, ਤੁਹਾਨੂੰ ਕੁਛ ਨਹੀਂ ਪਤਾ। ਜ਼ਿੰਦਗੀ ਤੁਹਾਡੀ ਲੰਘ ਜਾਣੀ ਆ, ਤੁਸੀਂ ਇੱਕ ਅਣਜਾਣ ਬੰਦੇ ਨਾਲ ਆਪਣਾ ਜੀਵਨ ਬਤੀਤ ਕੀਤਾ, ਬਸ ਇਸ ਤੋਂ ਵੱਧ ਕੁਛ ਨਹੀਂ। ਬੰਦਾ ਸੋਚਦਾ ਮੇਰੀ ਘਰ ਦੀ ਮੈਨੂੰ ਸਾਰਾ ਕੁਝ ਜਾਣਦਾ, ਤੂੰ ਨਹੀਂ ਜਾਣਦਾ। ਜੇ ਤੂੰ ਜਾਣਨ ਦਾ ਕਲੇਮ ਕਰਦਾ, ਝੂਠ ਬੋਲਦਾ ਹੈ ਤੂੰ ਉਹਨੂੰ ਜਾਣ, ਉਹਦੀਆਂ ਛੋਟੀਆਂ ਛੋਟੀਆਂ ਗੱਲਾਂ ਸੁਣ, ਉਹ ਤੈਨੂੰ ਦੱਸੂਗਾ ਉਹ ਕਿੱਦਾਂ ਦਾ ਇਨਸਾਨ ਹੈ। ਹੌਲੀ ਹੌਲੀ ਉਹਨੇ ਤੇਰੇ ਨਾਲ ਖੁੱਲਣਾ ਹੈ, ਤੈਨੂੰ ਆਪਣੀਆਂ ਗੱਲਾਂ ਦੱਸਣੀਆਂ ਨੇ, ਤੇ ਤੂੰ ਉਹਨੂੰ ਦੱਸ। ਕਹਿੰਦੇ ਸੱਜਾ ਧੋਵੇ ਖੱਬੇ ਨੂੰ ਤੇ ਖੱਬਾ ਧੋਵੇ ਸੱਜੇ ਨੂੰ। ਜਦੋਂ ਦੋਨੋਂ ਹੱਥ ਇੱਕ ਦੂਜੇ ਨੂੰ ਧੋਣਾ ਚਾਹੁੰਦੇ ਨੇ, ਜੈਸਾ ਫਿਰ ਦੋਨਾਂ ਦੀ ਮੈਲ ਦੂਰ ਹੁੰਦੀ ਹੈ।
ਬਿਲਕੁਲ ਇੱਕ ਹੱਥ ਧੋਈ ਜਾਊ ਕਿੰਨਾ ਕਿ ਧੋਊ ਦੱਸੋ ਮੈਨੂੰ ਧੋਲੇ 2 ਸਾਲ 4 ਸਾਲ 5 ਸਾਲ 10 ਸਾਲ 20 ਸਾਲ ਉਹਨੇ ਕਹਿਣਾ ਦਫਾ ਕਰੋ ਕੋਈ ਲੋੜ ਨਹੀਂ ਧੋਣ ਦੀ ਅੱਕ ਜਾਂਦੇ ਨੇ ਲੋਕ ਫਿਰ ਰਿਸ਼ਤੇ ਠੰਡ ਡੈਡ ਹੋ ਜਾਂਦੇ ਨੇ ਕਹਿੰਦੇ ਜਿੰਨਾ ਘਰਾਂ ਦੇ ਵਿੱਚ ਲੜਾਈ ਨਹੀਂ ਹੁੰਦੀ ਸਮਝ ਲਓ ਖਤਮ ਹੋ ਗਿਆ ਬੰਦਾ ਉਹ ਕਹਿੰਦਾ ਦਫਾ ਕਰੋ ਇਹਨੂੰ ਹੁਣ ਨਹੀਂ ਲੜਨ ਦੀ ਲੋੜ ਇਹਦੇ ਨਾਲ ਕੋਈ ਸਿਰ ਮਾਰਨ ਦੀ ਲੋੜ ਨਹੀਂ ਕਹਿੰਦੇ ਆ ਸਾਡਾ ਘਰ ਬੜਾ ਸ਼ਾਂਤ ਹੈ ਜੀ ਅਸੀਂ ਲੜਦੇ ਨਹੀਂ ਖਤਮ ਆ ਰਿਸ਼ਤਾ ਥੋੜੀ ਗਾ ਉੱਥੇ ਕੰਪਰੋਮਾਈਜ਼ ਹੋ ਗਿਆ ਉਹ ਕਹਿੰਦਾ ਦਫਾ ਕਰੋ ਇਹਨੂੰ ਨਹੀਂ ਸਮਝਾਉਣ ਦਾ ਫਾਇਦਾ ਜੋ ਬੋਲਦਾ ਸਹੀ ਬੋਲਦਾ ਗਲਤ ਬੋਲਦਾ ਸੁਣ ਲਓ ਤੇ ਮੈਂ ਕਰ ਦੂੰ ਮਿੱਟੀ ਪਾਓ ਜਿੱਥੇ ਤੁਹਾਡੀ ਵਿਚਾਰ ਹੁੰਦੀ ਆ ਸਹਿਮਤੀ ਅਸਹਿਮਤੀ ਇਹ ਜ਼ਰੂਰੀ ਹੈ ਰਿਸ਼ਤੇ ਦੀ ਇਹ ਤੇ ਯਾਰ ਉਹ ਤੇ ਖਾਦ ਹੈਗੀ ਹੈ ਰਿਸ਼ਤੇ ਦੀ ਤੇ ਅਸੀਂ ਕਹਿੰਦੇ ਜੀ ਸਾਡੇ ਕੋਲ ਲੜਾਈ ਬੜੀ ਹੁੰਦੀ ਉਹ ਲੜਾਈ ਕਾਹਦੀ ਹੁੰਦੀ ਹੈ ਉਹ ਵੀ ਤੇ ਉਹਦੇ ਵਿਚਾਰ ਹੈਗੇ ਉਹ ਨਿਜਰ ਸਾਹਿਬ ਤੁਸੀਂ ਕੀ ਕਹਿੰਦੇ ਜੀ ਠੀਕ ਹੈ ਗੋਰਕੀ ਸਾਹਿਬ ਨਿਜਰ ਸਾਹਿਬ ਠੀਕ ਹੈ ਨਹੀਂ ਤੁਸੀਂ ਕੀ ਮੰਨਦੇ ਜੋ ਗੱਲਾਂ ਨੂੰ ਜੋ ਮੈਂ ਕਹਿ ਰਿਹਾ ਕਿ ਅਗਲੇ ਦੇ 2-4 ਪੁਆਇੰਟ ਸੁਣਨੇ ਚਾਹੀਦੇ ਕਿ ਨਹੀਂ ਸੁਣਨੇ ਚਾਹੀਦੇ ਵੈਲਿਡ ਪੁਆਇੰਟ ਤੇ ਲੈਣੇ ਚਾਹੀਦੇ ਆ ਨਾ ਬਿਲਕੁਲ ਸੁਣਨੇ ਚਾਹੀਦੇ ਆ ਪਰ ਮੈਂ ਤਾਂ ਫੇਲੂਅਰ ਆ ਨਾ ਇਸ ਕੰਮ 'ਚ ਨਹੀਂ ਇੱਥੇ ਹੁਣ ਮੈਨੂੰ ਤਾਂ ਪਤਾ ਨਹੀਂ ਤਵਾ ਸਾਰੇ ਤੇ ਲੱਗਾ ਭਾਵੇਂ ਮੈਂ ਹੀ ਲਾਉਂਦਿਆ ਮੈਂ ਵੀ ਆ ਗਿਆ ਮੰਮੀ ਆ ਗਈ ਤੁਸੀਂ ਬਚਿਆ ਕਿਹੜਾ 108 ਬੰਦਾ ਬੈਠੇ ਆ ਇਹ ਪਲੀਜ਼ ਦੇਖੋ ਉਹ ਭਗਤੀ ਤੁਹਾਨੂੰ ਚੰਗੀ ਨਹੀਂ ਲੱਗਣੀ ਤੁਹਾਡੇ ਘਰ ਖੱਲਰ ਪਿਆ ਹੋਵੇ ਤੁਸੀਂ ਕਹੋ ਭਗਤੀ ਕਰੀਏ ਭਗਤੀ ਕਿਤੇ ਚੰਗੀ ਲੱਗੇ ਇਸ ਕਰਕੇ ਇਹ ਟੌਪਿਕ ਬੜੇ ਜ਼ਬਰਦਸਤ ਟੌਪਿਕ ਨੇ ਇਹ ਟੌਪਿਕ ਆਮ ਕਥਾ 'ਚ ਬੋਲਦੇ ਹੀ ਨਹੀਂ ਲੋਕ ਦੱਸਦੇ ਨਹੀਂ ਕੋਈ ਕਹਿੰਦੇ ਵੀ ਨਹੀਂ ਉਹ ਗਲਤਾਂ ਅਤੇ ਆਦੀਆਂ ਗੱਲਾਂ ਇੰਝ ਦੀ ਤੇ ਇੰਝ ਸ਼ੁਰੂਆਤ ਕਿੱਥੋਂ ਕਰੀਏ ਮੈਂ ਜਸਟ ਸ਼ੁਰੂਆਤ ਇੱਥੋਂ ਕਰਨੀ ਪਊਗੀ ਨਾ ਸਮਥਿੰਗ ਵੀ ਹੈਵ ਟੂ ਸਟਾਰਟ ਉਹ ਕਹਿੰਦਾ ਕਿ ਕਿੱਥੋਂ ਸ਼ੁਰੂਆਤ ਕਰਾਂ ਮੈਂ ਤੈਨੂੰ ਕਿਹਾ ਭਾਈ ਸਭ ਤੋਂ ਪਹਿਲਾਂ ਆਪਣੀ ਅਲਮਾਰੀ ਤੋਂ ਸ਼ੁਰੂਆਤ ਕਰ ਕਮ ਸੇ ਕਮ ਆਪਣੀ ਅਲਮਾਰੀ ਨੂੰ ਸਾਫ਼ ਕਰ ਕੱਪੜੇ ਬਰਾਬਰ ਰੱਖ ਜੋੜ ਕੇ ਰੱਖ ਤੇ ਕਹਿੰਦਾ ਫਿਰ ਕੀ ਫਿਰ ਮੈਂ ਕਹਿੰਦਾ ਅਲਮਾਰੀ ਚੋਂ ਬਾਹਰ ਆ ਜਾ ਆਪਣੇ ਘਰ ਨੂੰ ਸੈੱਟ ਕਰ ਆਪਣੇ ਕਮਰੇ ਨੂੰ ਸੈੱਟ ਕਰ ਕਹਿੰਦਾ ਫਿਰ ਜੇ ਘਰ ਸੈੱਟ ਹੋ ਜੂ ਤਾਂ ਫਿਰ ਕੀ ਮੈਂ ਜਿੰਨੀਆਂ ਐਕਸਪਾਇਰ ਚੀਜ਼ਾਂ ਜਿੰਨੀਆਂ ਐਕਸਪਾਇਰ ਦਵਾਈਆਂ ਘਰੋਂ ਬਾਹਰ ਸੁੱਟ ਕਹਿੰਦਾ ਫਿਰ ਕੀ ਮੈਂ ਫਿਰ ਆਪਣੇ ਤੇ ਆ ਜਾ ਹੁਣ ਤੂੰ ਕੁਝ ਕਰ ਸਕਦਾ ਆਪਣੇ ਆਪ ਤੇ ਆਪਣੀਆਂ ਹਰਕਤਾਂ ਵੇਖ ਆਪਣਾ ਜੀਵਨ ਵੇਖ ਇੱਥੇ ਸਫਾਈ ਕਰ ਦੇਖੋ ਇੱਕ ਚੀਜ਼ ਨੂੰ ਆਪ ਪਲੀਜ਼ ਸਮਝੋ ਆਪਾਂ ਜਿੱਥੇ ਸੌਂਦੇ ਆ ਬੈੱਡ ਤੇ ਸੌਂਦੇ ਆ ਨਿੱਜਾ ਸਾਹਿਬ ਆਪਾਂ ਸਵੇਰੇ ਉੱਠ ਕੇ ਚਾਦਰ ਸਿੱਧੀ ਕਰਦੇ ਆ ਚਾਦਰ ਨੂੰ ਧੋਂਦੇ ਹਫ਼ਤੇ ਬਾਅਦ ਕਿ ਨਹੀਂ ਧੋਂਦੇ ਬਿਲਕੁਲ ਕੱਪੜੇ ਆਪਾਂ ਰੋਜ਼ ਧੋਂਦੇ ਕਿ ਨਹੀਂ ਧੋਂਦੇ ਕੱਛਾ ਧੋਂਦੇ ਆ ਬਲੈਂਡ ਧੋਂਦੇ ਆ ਮੂੰਹ ਧੋਂਦੇ ਆ ਵਾਲ ਧੋਂਦੇ ਆ ਰਸੋਈ ਧੋਂਦੇ ਆ ਭਾਂਡੇ ਧੋਂਦੇ ਆ ਪਰ ਕਦੇ ਸਾਨੂੰ ਕਿਸੇ ਨੇ ਦੱਸਿਆ ਕਿ ਤੂੰ ਆਪਣੇ ਮਨ ਨੂੰ ਧੋਣਾ ਮਨ ਨੂੰ ਨਹੀਂ ਧੋਂਦੇ ਕਿਸੇ ਨੇ ਨਹੀਂ ਦੱਸਿਆ ਆਪਾਂ ਗੰਦਾ ਮਨ ਲੈ ਕੇ ਤੁਰੇ ਫਿਰਦੇ ਆ ਆਪ ਪਲੀਜ਼ ਸਮਝੋ ਮਨ ਮੈਲੇ ਤੇ ਸਭ ਕੁਝ ਮੈਲਾ ਉਹ ਕਹਿੰਦੇ ਤੂੰ ਮਨ ਨੂੰ ਧੋਂਦਾ ਕਿਉਂ ਨਹੀਂ ਆ ਤੁਸੀਂ ਗੰਦੇ ਮਨ ਦੇ ਨਾਲ ਕਿੰਨਾ ਜੀਵਨ ਬਤੀਤ ਕਰ ਲਿਆ ਉਹ ਤੂੰ ਸਾਰੀਆਂ ਚੀਜ਼ਾਂ ਧੋਈ ਜਾਂਦਾ ਹੈ ਉਹ ਕਹਿੰਦੇ ਮਨ ਮੈਲੇ ਤੇ ਸਭ ਕੁਝ ਮੈਲਾ ਤੂੰ ਮਨ ਤੇ ਧੋਤਾ ਹੀ ਨਹੀਂ ਨਾ ਗੋਰਕੀ ਸਾਹਿਬ ਮਨ ਨੂੰ ਜਿਹੜਾ ਹੈਗਾ ਧੋਣ ਦੀ ਬਜਾਏ ਆਪਾਂ ਹੋਰ ਜ਼ਿਆਦਾ ਮੈਲਾ ਕਰਦੇ ਆ ਇਹ ਸਿੰਪਲ ਜੀ ਗੱਲ ਨਾ ਇੱਕ ਮਿੰਟ ਮੈਂ ਲਾਉਂਗਾ ਤੇ ਜਿਹੜਾ ਆਪਣਾ ਜਿਹੜਾ ਹੈਗਾ ਭਗਤੀ ਜਿਹੜੀ ਹੈਗੀ ਆ ਉਹ ਕੀ ਚੀਜ਼ ਆ ਕਿਸ ਤਰ੍ਹਾਂ ਜਿਹੜਾ ਹੈਗਾ ਹੁਣ ਦੇਖੋ ਇੱਕ ਬੱਚਾ ਹੈਗਾ ਘਰ ਦੇ ਵਿੱਚ ਇੱਕ ਬੱਚਾ ਹੈਗਾ ਪਿਓ ਨੇ ਉਹਨੂੰ ਲਿਆ ਕੇ ਵਧੀਆ ਗੱਡੀ ਦਿੱਤੀ ਹੋਈ ਆ ਪੈਟਰੋਲ ਵੀ ਪੂਰਾ ਭਰਪੂਰ ਰਹਿੰਦਾ ਹੈ ਗੱਡੀ ਦੇ ਵਿੱਚ ਮੋਬਾਈਲ ਵੀ ਲੈ ਕੇ ਦੇਤਾ ਹੈ ਸਾਰਾ ਕੁਝ ਦੇਤਾ ਫਿਰ ਉਹਨੂੰ ਕਹਿੰਦਾ ਹੈ ਕਿ ਤੂੰ ਜਿਹੜਾ ਹੈਗਾ ਚੰਗਾ ਇੰਜੀਨੀਅਰ ਬਣ ਜਾ ਡਾਕਟਰ ਬਣ ਜਾ ਜਾਂ ਹੋਰ ਜਿਹੜਾ ਹੈਗਾ ਤੂੰ ਚੰਗਾ ਇਨਸਾਨ ਬਣ ਜਾ ਉਹ ਕਿਸ ਤਰ੍ਹਾਂ ਬਣ ਜੂਗਾ ਭਾਈ ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਆਪਣਾ ਮਨ ਹੈਗਾ ਮਨ ਨੂੰ ਆਪਾਂ ਨੇ ਕੀ ਕੀਤਾ ਮਨ ਦੇ ਕੋਲ ਜਿਹੜੀ ਹੈਗੀ ਆ ਇੱਕ ਗੱਡੀ ਹੈਗੀ ਬਹੁਤ ਵਧੀਆ ਵਾਹਨ ਹੈਗਾ ਮਨ ਦੇ ਕੋਲ ਇਹ ਸੁਰਤ ਦਿੱਤੀ ਹੋਈ ਆ ਮਨ ਦੇ ਕੋਲ ਸੁਰਤ ਉਹ ਜਿੱਧਰ ਮਰਜੀ ਜਿਹੜਾ ਉਹਦਾ ਪੈਟਰੋਲ ਪੂਰਾ ਹੈਗਾ ਪੂਰਾ ਦਾ ਪੂਰਾ 4 ਛਪੇਰੇ ਜਿਹੜਾ ਹੈਗਾ ਗੱਡੀ ਭਜਾਈ ਜਾਂਦਾ ਬਸ ਇੱਕ ਕੰਮ ਕਰ ਲਓ ਮਹਾਰਾਜ ਕਹਿੰਦੇ ਆ ਕਵਨ ਗੁਫਾ ਜਿਤ ਰਹੇ ਆਵਾਹਨ ਕਹਿੰਦੇ ਕਿਹੜੀ ਗੁਫਾ ਹੈ ਵੀ ਮਨ ਜਿਹੜਾ ਹੈਗਾ ਇਹ ਆਵਾਹਨ ਹੋ ਜਾਏ ਟਿਕ ਜਾਏ ਮਨ ਜਿਹੜਾ ਹੈਗਾ ਉਹ ਕਹਿੰਦੇ ਭਾਈ ਇਹਦੀ ਗੱਡੀ ਖੋ ਪਹਿਲਾਂ ਬਸ ਇਹਦੀ ਸੁਰਤ ਨੂੰ ਖੋਲਾ ਬਸ ਇਹਦੀ ਸੁਰਤ ਨੂੰ ਖਿੱਚ ਲਾ ਇਹਨੂੰ ਸੁਰਤ ਨਾ ਸੋਚਣ ਨਾ ਦੇ ਇਹਨੂੰ ਬਸ ਜੇ ਭਗਤੀ ਕਰਨੀ ਆ ਤੇ ਆਹੀ ਭਗਤੀ ਆ ਪਿਆਰਿਆ ਇਹਨੂੰ ਮੈਡੀਟੇਸ਼ਨ ਕਹਿੰਦੇ ਆ ਇਹਦੀ ਸੁਰਤ ਵਾਲੀ ਗੱਡੀ ਖੋਲਾ ਬਸ ਤਾਂ ਇਹ ਜਿਹੜਾ ਹੈਗਾ ਤਾਂ ਸਾਰਾ ਘੜਿਆ ਜਾਊਗਾ ਔਰ ਇਹਨੂੰ ਸਾਰਾ ਕੁਝ ਸੋਝੀ ਆ ਜਾਏਗੀ ਸਾਰਾ ਆਪਣੇ ਆਪ ਪਤਾ ਲੱਗ ਜੂਗਾ ਵੀ ਮੈਨੂੰ
ਮੈਨੂੰ ਜਿਹੜਾ ਹੈਗਾ ਇਹ ਸੁਰਤ ਦੀ ਗੱਡੀ ਖੋਣੀ ਜਿਹੜੀ ਹੈਗੀ ਕਿੰਨੀ ਕੁ ਔਖੀ ਹੈਗੀ ਆ। ਕਿਹੜੇ ਵਿਚਾਰ ਆਉਂਦੇ ਆ ਇਹਨੂੰ, ਇਹ ਕਿਹੜੇ ਵਿਚਾਰਾਂ ਦੇ ਵਿੱਚ ਫਿਰ ਗੱਡੀ ਭਜਾਉਂਦਾ ਹੈ। ਆਪਣੇ ਆਪ ਆਪਾਂ ਨੂੰ ਸਾਰਾ ਕੁਝ ਪਤਾ ਲੱਗ ਜਾਏਗਾ ਗੋਰਕੀ ਸਾਹਿਬ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਇਹ ਸਭ ਮਨ ਦੀ ਉਡਾਨ ਹੈ। ਸਾਧ ਸੰਗਤ ਜੀ, ਅੱਜ ਤੋਂ ਮੇਰੀ 43 ਸਾਲ ਉਮਰ ਹੈ। ਅਸੀਂ ਪਿੰਡ ਰਹਿੰਦੇ ਹੁੰਦੇ ਹਾਂ। ਪਿੰਡ ਤੋਂ ਬਾਈਕਾਂ ਤੇ ਗਏ, ਫਿਰ ਪਿੰਡ ਤੋਂ ਯੂਪੀ ਚੱਲ ਗਏ, ਫਿਰ ਸ਼ਹਿਰ ਆ ਗਏ ਅੰਮ੍ਰਿਤਸਰ। 1990 ਦੇ ਕਰੀਬ ਅਸੀਂ ਅੰਮ੍ਰਿਤਸਰ ਆਏ। ਤੱਤਾ ਦਾ ਮੇਰਾ ਜਨਮ ਹੈ, ਨਵੰਬਰ ਦਾ। ਇਹਦਾ ਮਤਲਬ ਆਈ ਥਿੰਕ 85-86 ਦੀ ਗੱਲ ਹੋਣੀ ਆ। ਮਤਲਬ ਥੋੜੀ ਜਿਹੀ ਸੋਚ ਹੈ। ਜਦੋਂ 84 ਦੇ ਦੰਗੇ ਹੋਏ ਸੀ, ਉਦੋਂ ਮੈਨੂੰ ਪਤਾ ਜਥੇ ਨਿਕਲਦੇ ਹੁੰਦੇ ਸੀ। ਉਦੋਂ ਸਾਡੇ ਸੰਤ ਆਉਂਦੇ ਸੀ ਤੇ ਨਿਰਮਲ ਸੰਤ ਆਉਂਦੇ ਹੁੰਦੇ। ਫਾਦਰ ਸਾਹਿਬ ਦਾ ਝੁਕਾਅ ਸੀ, ਸੰਤਾਂ ਨੂੰ ਚਰਨ ਪਵਾ ਲੈਣੇ। ਕਾਲ ਚ ਉਹਨਾਂ ਨੇ ਆਉਣਾ, ਦਿੱਲੀ ਆਉਂਦੇ ਹੁੰਦੇ ਸੀ। ਬਾਅਦ ਚ ਉਹਨਾਂ ਦੀ ਡੈਥ ਹੋ ਗਈ। ਉਹਨਾਂ ਦੇ ਨਾਲ 2-3 ਚੇਲੇ ਸੀ। ਉਹ ਚੇਲਾ ਮਰ ਗਿਆ। ਉਹਦੇ ਸਿਰ ਤੇ ਜਟਾਂ ਸੀ ਕਾਲੇ ਰੰਗ ਦੀਆਂ, ਤੇ ਆਪ ਵੀ ਰੰਗ ਉਹਦਾ ਥੋੜਾ ਜਿਹਾ ਸਾਂਵਲਾ ਹੀ ਰੰਗ। ਇਹ ਨਾਲ ਜਿੱਦਾਂ ਗੋਸ਼ਟੀ ਕਰਨ ਦੇ ਸੀ ਸਾਰੇ 4-5 ਬੈਠੇ, ਮਤਲਬ ਚੇਲੇ ਸੀ ਉਹ ਬਾਬੇ ਦੇ। ਉਹਨਾਂ ਚੋਂ ਇੱਕ ਚੇਲਾ ਹਜੇ ਵੀ ਹੈਗਾ, ਹਰੀ ਨਰੈਣ। ਉਹ ਆਪਣੇ ਪਿੰਡ ਦੇ ਨਾਲ ਦੇ ਪਿੰਡ ਉੱਥੋਂ ਦਾ। ਇਹ ਗੁਫ਼ਤਗੂ ਕਰ ਰਹੇ ਸੀ, ਵਿਚਾਰ ਕਰ ਰਹੇ ਸੀ। ਮੈਨੂੰ ਤੇ ਪਤਾ ਵੀ ਨਹੀਂ ਸੀ ਕੀ ਗੱਲ ਕਰ ਰਹੇ। ਮੈਂ ਆਪਣਾ ਬੱਚਾ ਆਪਣਾ ਚਲੋ ਘੁੰਮਦਾ ਮੈਂ ਵੀ ਲਾਗੇ ਪੈ ਗਿਆ। ਇੱਕ ਜਿਹੜਾ ਬਾਬਾ ਸੀ, ਉਹਦਾ ਨਾਮ ਮੈਨੂੰ ਯਾਦ ਨਹੀਂ ਆ। ਉਹ ਬੰਦਾ ਜਿਹੜਾ ਮਰ ਗਿਆ, ਹੁਣ ਥੋੜਾ ਸਮਾਂ ਹੋ ਗਿਆ, 2-4 ਸਾਲ ਹੋ ਗਏ ਉਹਨੂੰ ਮਰ ਗਿਆ ਐਕਸੀਡੈਂਟ ਦੇ ਵਿੱਚ। ਉਹ ਕਹਿੰਦਾ ਸੀ ਕਿ ਮਨ ਜਿਹੜਾ ਇੱਕ ਗੁਫਾ ਦੇ ਵਿੱਚ ਵੜ ਜਾਂਦਾ। ਜਦੋਂ ਬੰਦਾ ਮਾਦੀ ਲੀਨ ਹੁੰਦਾ ਹੈ ਨਾ, ਮਨ ਇੱਕ ਗੁਫਾ ਹੈਗੀ, ਉਹਦੇ ਵਿੱਚ ਵੜ। ਮਨ ਦਾ ਮਤਲਬ ਸੁਰਤੀ, ਅੰਦਰ ਚੱਲ ਜਾ। ਚਲੋ ਮੈਂ ਬੱਚਾ ਸੀ, ਗੱਲ ਆਈ ਗਈ, ਭੁੱਲ ਗਿਆ। ਫਿਰ ਸਮਾਂ ਬੀਤਿਆ, ਬਹੁਤ ਸਮਾਂ ਬੀਤ ਗਿਆ। ਇਹ ਗੱਲ 2011 ਦੀ ਆ, ਜਦੋਂ ਭਗਤੀ ਸ਼ੁਰੂ ਕੀਤੀ। ਸਾਰੀ ਬਾਣੀ ਪਤਾ ਤਾਂ ਲੱਗ ਹੀ ਗਿਆ ਕਿ ਕਹਾਣੀ ਤੇ ਸਾਰੀ ਮਨ ਦੀ ਹੈ। ਮਨ ਦਾ ਸਾਰਾ ਖੇਲ, ਮਨ ਦਾ ਸਾਰਾ ਤਾਮ-ਜਾਮ, ਮਨ ਦਾ ਸਾਰੀ ਉਲਝਣਾ, ਮਨ ਨੇ ਹੀ ਮਸਲੇ ਨੂੰ ਸੁਲਝਾਉਣਾ। ਮਨ ਹੀ ਹੈਡ ਆ, ਮਨ ਹੀ ਸਟੂਡੈਂਟ ਆ, ਮਨ ਹੀ ਟੀਚਰ, ਮਨ ਹੀ ਉਸਤਾਦ, ਮਨ ਹੀ ਘੜਨ ਵਾਲਾ, ਮਨ ਹੀ ਮੂਰਤੀ, मन ही चब्बल मन ही थोड़ा, इस मन को कोई खोजो पाए इस मन को कोई पता नहीं क्यों बिरला देखे, ये मन आरसी को विरला देखे। हाँ जी हाँ जी, मन आरसी को विरला देखे, ये मन आरसी को विरला देखे। हाँ जी हाँ लिखा पानी। फिर मन दे सारा कुछ है ते फिर मैं भगती की। चलो रस्ता बड़ा औखा सी, चल पिया। वैसे भी परमात्मा वालों मेरे है कि जो मैं दलिद्र पाना तो बहुत दलिद्र पाना, जो मैं तुर पैना तो फिर मैनू रोकना बड़ा औखा, फिर मैं अपने आप की भी नहीं सुनता। चलो की थोड़ी भगती, फिर मन का वो रूप वेखिया। एक समा आया मन गुफा च वड़ गया। फिर उदन ज्ञान होया, यार ये अवस्था जी बाबे कहते ही वो सच है, पर उन्होंने पता नहीं सी किद्दां पहुंचदे, क्योंकि उन्हें ग्रंथ पढ़े सी। फिर उस मन की उत्थे ठहर जाना, मन का आत्मा तत्त च लीन हो जाना, सुरती का आत्मा च स्थिर हो जाना, फिर ज्ञान होता है बंदे। फिर पता है कि जीवन की है, मेरी दिशा। उन्ना चिर तक कुछ नहीं पता लगना, क्योंकि देखो वो तो फिर तोते वांगू ही है ना, राम, अल्लाह, वाहेगुरु, हरि, ओम, जो मर्जी कही जो, वो तोता बोली जाता। पर तोते का ज्ञान तो नहीं ना। हुण साडे वर्गे सारे उदां ही लगे निज्जर साहब। बिल्कुल ज्ञान तो असली चाहिए तुहाडा। वो कहंदे आ अपरा विद्या च ना रुक जी, परा विद्या च पहुंचना है, क्योंकि परा विद्या तेरी आत्मा दे नाल आ, और मौत दे विच तैनूं ओहने प्रवेश कराउणा। अपरा विद्या ते लोकां दा ज्ञान है, तू लोकां दा पढ़ लिया। फिर कहंदे पढ़े लिखे क्या होए, मैं पढ़िया लिखिया, तू लोकां दा पढ़ लिया, लिख भी दिता, पर हुण की आ आउटपुट ते है कि तू आत्मा नूं जान लिया। जिहड़ी गल करन दी आ प्रैक्टिकली आपां जिन्ना भी अध्यात्मिक पढ़दे आ,
ਤੁਸੀਂ ਕਾਲਜ ਯੂਨੀਵਰਸਿਟੀ ਕਿਸ ਵਾਸਤੇ ਜਾਂਦੇ ਜੋ? ਨੌਕਰੀ ਵਾਸਤੇ, ਇੱਕ ਰੁਤਬਾ ਪ੍ਰਾਪਤ, ਕੋਈ ਬਿਜ਼ਨਸ ਚਲਾਉਣਾ ਚਾਹੁੰਦੇ, ਕੋਈ ਡਾਕਟਰ ਬਣਨਾ ਚਾਹੁੰਦਾ, ਕੋਈ ਇੰਜੀਨੀਅਰ ਬਣਨਾ ਚਾਹੁੰਦਾ। ਜੇ ਪੜ੍ਹਿਆ ਤਾਂ ਕੋਈ ਫਾਇਦਾ ਹੀ ਨਹੀਂ ਹੋਇਆ, ਉਸ ਇਲਮ ਦਾ ਇਸਤੇਮਾਲ ਨਹੀਂ ਕੀਤਾ, ਤੇ ਦੱਸੋ ਕੀ ਫਾਇਦਾ ਹੋਇਆ? ਉਹ ਕਹਿੰਦੇ ਪੜ੍ਹੇ ਲਿਖੇ ਕਿਆ ਹੋਏ, ਮਤਲਬ ਉਹਦਾ ਕੋਈ ਆਊਟਪੁੱਟ ਨਹੀਂ ਨਿਕਲਿਆ। ਤੂੰ ਬ੍ਰਹਮਣਾ ਮਿਲਣਾ ਸੀ, ਉਹ ਤੇ ਤੂੰ ਕੀਤਾ ਹੀ ਨਹੀਂ। ਹਰ ਕਾ ਨਾਮ ਨਾ ਜਬ ਤੱਕ ਗਵਾਰਾ, ਕਿਆ ਸੋਚਮ ਬਾਰੰਬਾਰਾ। ਗਵਾਰ ਕਹਿੰਦੇ ਹੋ, ਗਵਾਰ ਪਤਾ ਨਾ, ਗਵਾਰ। ਤੋ ਇੱਥੇ ਪਲੀਜ਼ ਅੱਜ ਕਥਾ ਹੋਰ ਤਰ੍ਹਾਂ ਦੀ ਹੋ ਗਈ। ਚਲੋ ਕਮ ਟੂ ਦਾ ਪੁਆਇੰਟ। ਉਹ ਕਹਿੰਦੇ ਕਿ ਜੋ ਤੁਸੀਂ ਕਰਨਾ ਨਾ ਉਹਦਾ ਹੋਣੀ ਟਾਈਮ ਹੈ। ਬਿਲਕੁਲ। ਐਵੇਂ ਪੋਸਟਪੋਨ ਨਾ ਕਰੀ, ਕਾਹਨੂੰ ਆਪਣੇ ਆਪ ਨੂੰ ਧੋਖਾ ਦੇ। ਇਹਦਾ ਨੁਕਸਾਨ ਆ। ਅੱਜ ਤੈਨੂੰ ਜਾਣਾ ਪਵੇ, ਉਹ ਤੇਰੇ ਪੱਲੇ ਕੁਛ ਨਾਮ ਰੂਪੀ ਰਤਨ ਹੈਗਾ। ਉਹ ਕਿਤੇ ਲੋਕਾਂ ਦੀਆਂ ਗੱਪਾਂ ਸੁਣ ਕੇ ਤੇ ਨਹੀਂ ਆ ਗਿਆ। ਜਾ ਬਾਬਾ ਬੱਚਾ ਤੂੰ ਘਰ ਜਾ, ਤੇਰੇ ਘਰ ਰੋਟੀਆਂ ਪਹੁੰਚ ਜਾਣਗੀਆਂ, ਤੂੰ ਕੰਮ ਤੇ ਨਾ ਜਾਵੀਂ। ਤੁਸੀਂ ਏਦਾਂ ਕਰੋਗੇ, ਤੁਸੀਂ ਬਹਿ ਜਾਓਗੇ ਘਰ ਆ ਕੇ, ਰੋਟੀਆਂ ਆ ਜਾਣਗੀਆਂ। ਤੁਸੀਂ ਜਾਂਦੇ ਕੰਮ ਤੇ, ਤੁਹਾਨੂੰ ਪਤਾ ਕਿਸ਼ਤਾਂ ਤਾਰਨੀਆਂ, ਕਾਰਾਂ ਦੀਆਂ, ਘਰ ਦੀਆਂ, ਬੱਚਿਆਂ ਦੀਆਂ ਫੀਸਾਂ, ਆਪਣੇ ਕੱਪੜੇ ਜਿਹੜੇ ਲੋਨ ਚੁੱਕੇ ਕਿੰਨੇ ਤਾਰਨੇ ਆ। ਜਦੋਂ ਕਹਿੰਦਾ ਕਿ ਤੈਨੂੰ ਆਤਮਾ ਦਾ ਗਿਆਨ ਹੋ ਜਾਊਗਾ, ਜਾ ਬੱਚਾ ਘਰ ਜਾ ਕੇ ਬਹਿ, ਸਾਡੀ ਟੈਨਸ਼ਨ ਆ, ਤੇਰੀ ਕੋਈ ਟੈਨਸ਼ਨ ਨਹੀਂ ਆ। ਉਦੋਂ ਕਿੱਦਾਂ ਏਦਾਂ ਆਪਾਂ ਸੋਚ ਲੈਂਦੇ ਆ? ਉਦੋਂ ਸਾਡਾ ਵਿਵੇਕ ਬੁੱਧੀ ਕਿੱਥੇ? ਤੂੰ ਗੁਰੂ ਵਾਲਾ ਹੋ ਗਿਆ, ਫਿਕਰ ਨਾ ਕਰ, ਤੇਰੇ ਸਾਰੇ ਕੰਮ ਰਾਸ ਹੋ ਜਾਣੇ ਆ। ਜਾਂ ਘਰ ਜਾ ਕੇ ਬਹਿ ਜਾ। ਆਪਾਂ ਕਹਿੰਦੇ ਠੀਕ ਹੈ ਬਾਬਾ ਜੀ, ਸਾਡੀ ਜ਼ਿੰਮੇਵਾਰੀ ਚੁੱਕੋ, ਤੁਹਾਨੂੰ ਇਸ ਭਵ ਸਾਗਰ ਤੋਂ ਪਾਰ ਲੰਘਾ ਦਿਓ, ਸਾਡੀ ਹੁਣ ਟੈਨਸ਼ਨ ਨਹੀਂ ਹੈ। ਬਾਕੀ ਜੋ ਦਸਵੰਤ ਬਣਦਾ ਹੈ, ਜੇ ਦਰਬਾਰ ਸਾਹਿਬ ਨੂੰ ਗਮਲਾ ਚੜਾਉਣਾ ਹੈ ਜਾਂ ਲੈਂਪ ਲੂੰਪ ਚੜਾਉਣਾ ਹੈ ਤੇ ਮੈਂ ਚੜਾ ਜਾਵਾਂਗਾ, ਫਿਕਰ ਨਾ ਕਰੋ, 12-15 ਕਰੋੜ ਦਾ ਚੜਾ ਦਾਂਗਾ। ਤੇ ਜੇ ਬਾਬਾ ਜੇ ਬਾਣੀ ਕਹਿੰਦੀ ਹੈ ਤੂੰ ਭਗਤੀ ਕਰ, ਉਹ ਕਹਿੰਦੇ ਔਖਾ ਕੰਮ ਹੈ, ਉੱਥੇ ਨਹੀਂ ਆਪਾਂ ਜਾਣਾ। ਉਹ ਟੌਪਿਕ ਨੂੰ ਰਹਿਣ ਦਿਓ, ਸੈਂਸਿਟਿਵ ਟੌਪਿਕ ਹੈਗਾ। ਹਾਂ, ਕੋਈ ਬਿਲਡਿੰਗ ਬਣਾਉਣੀ ਹੈ, ਕੋਈ ਫਰਸ਼, ਕੋਈ ਗੱਡੀਆਂ, ਕੋਈ ਰੋਟੀਆਂ ਵਾਲੀਆਂ ਮਸ਼ੀਨਾਂ ਐਰਾ ਵਗੈਰਾ, ਇਹ ਕੰਮ ਦੱਸੋ। ਈਜ਼ੀ ਹੈ, ਇਹ ਕਰਨੇ ਸੌਖੇ ਆ। ਪੈਸੇ ਦੇਵਾਂਗੇ, ਮਾਰਕੀਟ ਚੋਂ ਖਰੀਦ ਕੇ ਤੁਹਾਨੂੰ ਦੇ ਦਾਂ। ਠੀਕ ਹੈ ਨਿਜਰ ਸਾਹਿਬ, ਫਿਰ ਕਥਾ ਤੇ ਵਾਪਸ ਆ ਜਾਓ। ਹਾਂ, ਇਹ ਤਾਂ ਹੋ ਗਿਆ ਜੀ ਸ਼ਲੋਕ। ਇੱਕ ਸ਼ਲੋਕ ਅਗਲਾ ਲੈ ਲਈਏ ਬਸ, ਕਿਉਂਕਿ ਮੈਂ ਥੋੜਾ ਜਿਹਾ ਜਾਣਾ ਹੈ ਗੁਰਕੀ ਸਾਹਿਬ। ਇੱਕ ਲੈ ਲਈਏ ਆਪਾਂ। ਕਬੀਰ ਐਸਾ ਜੰਤ ਇੱਕ ਦੇਖਿਆ, ਜੈਸੀ ਧੋਈ ਲਾਖ, ਦਿਸੈ ਚੰਚਲ ਬਹੁ ਗੁਣਾ, ਮਤ ਹੀਨਾ ਨਾਪਾਕ। ਕਹਿੰਦੇ ਐਸਾ ਇਨਸਾਨ ਦੇਖਿਆ ਮੈਂ ਵੀ ਬਾਹਰੋਂ ਜਿਹੜਾ ਹੈਗਾ ਵਧੀਆ, ਜਿਹੜਾ ਸਿਰਫ ਆਪਣੇ ਬਾਹਰੀ ਰੂਪ ਨੂੰ ਦੇਖਦਾ ਹੈ, ਬਸ ਸਰੀਰ ਤੱਕ ਸੀਮਿਤ ਰਹਿੰਦਾ ਹੈ, ਅੰਦਰ ਦੇਖਦਾ ਹੀ ਨਹੀਂ ਆ, ਮਨ ਨੂੰ ਦੇਖਦਾ ਹੀ ਨਹੀਂ ਆ। ਔਰ ਬਹੁਤ ਜਿਹੜਾ ਹੈਗਾ ਆਪਣੇ ਆਪ ਨੂੰ ਬੜਾ ਸਿਆਣਾ ਸਮਝਦਾ, ਬੜੇ ਗੁਣਵਾਨ ਸਮਝਦਾ ਆਪਣੇ ਆਪ ਨੂੰ, ਵੀ ਦੁਨੀਆਦਾਰੀ ਮੈਨੂੰ ਬਹੁਤ ਜ਼ਿਆਦਾ ਆਉਂਦੀ ਹੈ। ਔਰ ਪੂਰਾ ਜਿਹੜਾ ਹੈਗਾ ਪੂਰਾ ਚੰਚਲ, ਪੂਰੀ ਜਿਹੜੇ ਚੰਚਲਤਾ ਹੈ, ਐਸਾ ਨਹੀਂ ਹੈ ਕਿ ਪੈਸਿਵ ਹੈਗਾ, ਪੂਰਾ ਐਕਟਿਵ ਹੈਗਾ। ਕਬੀਰ ਐਸਾ ਜੰਤ ਇੱਕ ਦੇਖਿਆ, ਜੈਸੀ ਧੋਈ ਲਾਖ ਜਿਹੜੀ ਹੁੰਦੀ ਆ, ਉਹ ਜਿੰਨਾ ਸੀਲ ਕਰਦੇ ਸੀ ਪਹਿਲਾਂ, ਕਹਿੰਦੇ ਉਹ ਧੋ ਲਓ ਉਹਨੂੰ ਤਾਂ ਇੰਨੀ ਚਮਕਦੀ ਹੈ, ਇੰਨੀ ਸੋਹਣੀ ਲੱਗਦੀ ਹੈ, ਗੁਲਾਬੀ ਜਿਹੇ ਕਲਰ ਦੀ। ਕਹਿੰਦੇ ਇਸ ਤਰ੍ਹਾਂ ਇਨਸਾਨ ਆ। ਦਿਸੈ ਚੰਚਲ ਬਹੁ ਗੁਣਾ, ਮਤ ਹੀਨਾ ਨਾਪਾਕ। ਪਰ ਅੰਦਰ ਜਿਹੜੀ ਹੈ ਮਤ ਹੈ ਹੀ ਨਹੀਂ, ਬੁੱਧੀ ਹੈ ਹੀ ਨਹੀਂ ਹੈ, ਵਿਵੇਕ ਬੁੱਧੀ ਗਾਇਬ ਆ ਉਹਦੀ। ਅੰਦਰ ਜਿਹੜਾ ਹੈਗਾ ਪੂਰਾ ਦਾ ਪੂਰਾ ਨਾਪਾਕ ਕਹਿੰਦੇ ਆ, ਜਿਹੜਾ ਮੈਲਾ ਹੋਏ, ਜਿਹੜਾ ਅਪਵਿੱਤਰ ਹੋਏ, ਜਿਹੜੀ ਸੋਚ ਘਟੀਆ ਸੋਚ ਵਾਲਾ ਹੋਏ। ਕਹਿੰਦੇ ਅੰਦਰੋਂ ਜਿਹੜਾ ਇਨਸਾਨ ਉਹ ਹੈਗਾ। ਹਾਂਜੀ ਵੀਰ ਜੀ। ਹਾਂਜੀ, ਇਸ ਬਾਣੀ, ਇਸ ਤੁਕ ਦੀ ਮੈਂ ਕਥਾ ਕਰਨ ਤੋਂ ਪਹਿਲਾਂ ਇੱਕ ਆਹ ਚੀਜ਼ ਬੋਲਣਾ ਚਾਹਾਂਗਾ। ਕੋਈ ਭਲਾ ਕਹੇ, ਕੋਈ ਬੁਰਾ ਕਹੇ, ਹਮ ਤੋਂ ਤਨ ਦਿਓ ਹੈ ਢਾਲ। ਹਾਂ, ਕਹਿੰਦਾ ਕੋਈ ਇਨਸਾਨ ਮੈਨੂੰ ਭਲਾ ਕਹਿੰਦਾ, ਕੋਈ ਬੁਰਾ ਕਹਿੰਦਾ, ਉਹ ਅਸਲ ਚ ਮੈਨੂੰ ਥੋੜੀ ਜਾਣਦਾ। ਮੈਨੂੰ ਪਤਾ ਮੈਂ ਕੀ ਆ। ਕਿਸੇ ਦੇ ਭਲਾ ਕਹਿਣ ਦੇ ਨਾਲ ਮੈਂ ਭਲਾ ਨਹੀਂ ਹੋ ਜਾਣਾ, ਕਿਸੇ ਦੇ ਬੁਰੇ ਕਹਿਣ ਨਾਲ ਮੈਂ ਬੁਰਾ ਨਹੀਂ ਹੋ ਜਾਣਾ। ਮੈਨੂੰ ਪਤਾ ਮੈਂ ਕੀ। ਕਬੀਰ ਸਾਹਿਬ ਨੇ ਲੋਕਾਂ ਦੀ ਥੋੜੀ ਪਰਵਾਹ ਕੀਤੀ, ਪਰ ਕਬੀਰ ਜੀ ਨੂੰ ਪਤਾ ਮੈਂ ਕੀ ਕਰ ਰਿਹਾ। ਇਹੋ ਗੱਲ ਬਾਣੀ ਕਹਿ ਰਹੀ ਹੈ। ਕਹਿੰਦੇ ਕਿ ਦੇਖੋ, ਕਈ ਲੋਕ ਬਾਹਰੋਂ ਬਹੁਤ ਆਪਣੇ ਆਪ ਨੂੰ ਚੰਗੇ ਇਨਸਾਨ ਸ਼ੋਅ ਕਰਦੇ ਆ, ਮੇਕਅਪ, ਬਹੁਤ ਸੇਵਾਦਾਰ, ਪਰ ਅੰਦਰੋਂ ਕਹਿੰਦੇ ਉਹ ਚੰਗੇ ਨਹੀਂ ਹੁੰਦੇ। ਆ ਦੇਖ, ਕਹਿੰਦੇ ਮਤ ਹੀਨਾ ਨਪਾਕ, ਕੋ ਗਿਆਨ ਨਹੀਂ ਹੈਗਾ, ਮਤ ਤੋਂ ਹੀਨਾ ਹੈ। ਜਿੱਦਾਂ ਆਪਾਂ ਅੰਗਹੀਨ ਨਹੀਂ ਕਹਿ ਦਿੰਦੇ,
ਨਜਰ ਸਾਹਿਬ। ਬਿਲਕੁਲ, ਕਹਿੰਦੇ ਬਾਹਰ ਤੇਰੀ ਜਿੰਨੀ ਮਰਜ਼ੀ ਤੇਜ਼ ਬੁੱਧੀ ਆ, ਵੱਡਾ ਵੱਡਾ ਡਾਕਟਰ, ਇੰਜੀਨੀਅਰ, ਜੋ ਕੁਛ ਵੀ ਹੈਗਾ, ਬਿਜ਼ਨਸਮੈਨ, ਕਹਿੰਦੇ ਭਾਈ ਨਾ ਬਾਣੀ ਨਹੀਂ ਮੰਨਦੀ। ਕਹਿੰਦੇ ਉਹ ਤਾਂ ਲਾਖ ਹੀ ਲਾਖ ਆ ਧੋਤੀ ਹੋਈ, ਮਤ ਹੀ ਨਾ ਪਾਕ ਕਹਿ ਰਹੀ ਹੈ ਬਾਣੀ। ਨਾਪਾਕ ਦਾ ਮਤਲਬ ਪਤਾ ਹੀ ਹੈ ਸਾਧ ਸੰਗਤ ਜੀ, ਅਪਵਿੱਤਰ। ਪਵਿੱਤਰਤਾ ਨਹੀਂ ਹੈਗੀ, ਮਲੀਨ ਆ, ਗੰਦਾ ਹੈ। ਬੇਸ਼ੱਕ ਉਹਨੇ ਬਾਹਰੋਂ ਬਹੁਤ ਚਮਕਾ ਲਿਆ, ਬਾਹਰੋਂ ਧੋਤੀ ਤੁੰਬੜੀ, ਅੰਦਰੋਂ ਵਿਸਨ ਕੋਟ, ਇੱਕ ਪਾਉ ਉਤਰੇ ਨਾਤਿਆਂ ਦੋ ਪਾਚਾਰੀਆ ਹੋਰ ਏਦਾਂ ਕੁਛ ਲਿਖਿਆ, ਮੈਨੂੰ ਨਹੀਂ ਜ਼ਿਆਦਾ ਪਤਾ, ਪਰ ਉਹ ਕਈ ਵਾਰੀ ਤੁਕਾਂ ਜਿਹੜੇ ਮੇਰੇ ਦਿਮਾਗ 'ਚ ਰਹਿੰਦੀਆਂ। ਸੋ ਪਲੀਜ਼ ਆਪ ਅਟੈਂਸ਼ਨ ਕਰੋ। ਜਿੰਨਾ ਆਪਾਂ ਜ਼ਿਆਦਾ ਪ੍ਰੈਕਟੀਕਲ ਹੋਵਾਂਗੇ, ਜਿੰਨਾ ਆਪਾਂ ਸਹੀ ਜੀਵਨ ਬਤੀਤ ਕਰਾਂਗੇ, ਸੁਥਰਾ ਜੀਵਨ ਬਤੀਤ ਕਰਾਂਗੇ, ਓਨਾ ਹੀ ਤੁਸੀਂ ਪਰਮਾਤਮਾ ਦੇ ਕਰੀਬ ਹੋ। ਪਰਮਾਤਮਾ ਕਿੱਥੇ ਆ? ਕਿੱਥੇ ਲੱਭਦੇ ਫਿਰਦੇ ਜੋ ਪਰਮਾਤਮਾ? ਸਾਡੇ ਕਰਮ ਸਾਨੂੰ ਪਰਮਾਤਮਾ ਤੋਂ ਦੂਰ ਲੈ ਜਾਂਦੇ ਨੇ, ਸਾਡੇ ਕਰਮ ਹੀ ਸਾਨੂੰ ਪਰਮਾਤਮਾ ਦੇ ਕਰੀਬ ਲੈ ਆਉਂਦੇ ਨੇ। ਜੋ ਮੰਗ ਰਹੇ ਹਾਂ ਸਾਨੂੰ ਦੇ ਰਹੀ ਹੈ ਪ੍ਰਕਿਰਤੀ। ਜੋ ਮੰਗੇ ਠਾकुर अपने से सोई सोई दे, ਜੋ ਮੰਗੇ। ਤੁਸੀਂ ਝੂਠ ਮੰਗੋ, ਤੁਹਾਨੂੰ ਝੂਠ ਮਿਲੇਗਾ। ਇੱਕ ਮੇਰਾ ਦੋਸਤ ਮੇਰੇ ਘਰ ਆਇਆ ਸੀ, ਵਿਚਾਰੇ ਨਾਲ ਘੁੰਮ ਘਾਮ ਕੇ ਥੱਕ ਗਿਆ, ਕਹਿੰਦਾ ਭਰਾ ਬਾਹਰ ਚਲ ਗਿਆ। ਜਦੋਂ ਲੋੜ ਸੀ ਮੈਂ ਇਹਨਾਂ ਨੂੰ ਕਿਹਾ ਸੀ ਮੈਨੂੰ ਪੈਸੇ ਦੇ ਦਿਓ, ਮੈਂ ਆਪਣਾ ਮਿਹਨਤ ਕਰਾਂ। ਹੁਣ ਮੈਂ ਕਾਫੀ ਦੂਰ ਆ ਗਿਆ ਤੇ ਗਲਤ ਰਸਤੇ ਤੇ ਆ ਗਿਆ। ਮੈਂ ਉਸਨੂੰ ਕਿਹਾ, ਮੈਂ ਕਿਹਾ ਵੀਰੇ ਗੱਲ ਸੁਣ, ਵੇ ਤੂੰ ਆਪਣਾ ਸੱਜਣ ਆ, ਅਸੀਂ ਚਾਹੁੰਦੇ ਕਿ ਸਾਡੇ ਸੱਜਣ ਵੀ ਸੌਖੇ ਹੋਣ, ਰੱਬ ਉਹਨਾਂ ਨੂੰ ਰਿਜ਼ਕ ਦੇ। ਮੈਂ ਕਿਹਾ ਪਰਮਾਤਮਾ ਦੇ ਗੜੀ ਅਰਦਾਸ ਕਰ, ਉਹਨੂੰ ਕਹਿ ਮੇਰੇ ਪਿਤਾ ਮੈਨੂੰ ਰਿਜ਼ਕ ਚਾਹੀਦਾ, ਮੇਰਾ ਰਿਜ਼ਕ ਮੈਨੂੰ ਦੇ, ਮੈਂ ਇਹ ਰਿਜ਼ਕ ਨਹੀਂ ਲੈਣਾ। ਮੈਂ ਤੈਨੂੰ ਰਿਜ਼ਕ ਮਿਲ ਜੂਗਾ, ਇਕੜੀ ਗੱਲ ਹੈ। ਮੈਂ ਪਰਮਾਤਮਾ ਤੇ ਹਮੇਸ਼ਾ ਹੀ ਵੇਟ ਕਰ ਰਿਹਾ। ਤੂੰ ਨਹੀਂ ਮੰਗੇਗਾ ਤੇ ਚੋਰੀਆਂ ਠੱਗੀਆਂ ਮੰਗੀ ਜਾ, ਤੈਨੂੰ ਦੇ ਜਾਣੀਆਂ ਉਹਨੇ। ਜੋ ਮੰਗੇ ਠਾकुर ਸੇ, ਜੋ ਬਾਣੀ ਦਾ ਮਤਲਬ ਇਹ ਨਹੀਂ ਕਿਹਾ ਕਿ ਨਾ ਤੁਸੀਂ ਆਪ ਨਾ ਮੰਗੋ ਟਿਮਕਾ ਮੰਗੋ। ਉਹ ਕਹਿੰਦੇ ਤੂੰ ਜੋ ਮੰਗਿਆ ਤੈਨੂੰ ਮਿਲ ਜਾਏਗਾ। ਟੂ ਦੀ ਪੁਆਇੰਟ ਕਰ। ਜੇ ਝੂਠ ਸਾਡੇ ਜੀਵਨ ਚ ਹੈਗਾ, ਇਹਦਾ ਮਤਲਬ ਸਾਡੇ ਅੰਦਰ ਡਿਮਾਂਡ ਹੈ। ਜੇ ਤੁਹਾਡੀ ਜ਼ਿੰਦਗੀ ਸੱਚ ਹੈਗਾ, ਇਹਦਾ ਮਤਲਬ ਤੁਸੀਂ ਸੱਚ ਦੀ ਡਿਮਾਂਡ ਕੀਤੀ ਹੈ। ਜੋ ਮੰਗੇ ਠਾकुर ਆਪਣੇ ਸੇ, ਛੋਈ ਸੋਈ ਦੇ। ਤੁਸੀਂ ਮੰਗ ਲਓ, ਉਹ ਦੇ ਦੇ। ਤੁਸੀਂ ਆਤਮ ਗਿਆਨ ਮੰਗੋ, ਆਤਮ ਗਿਆਨ ਮਿਲ ਜਾਏਗਾ। ਤੁਸੀਂ 84 ਮੰਗ ਲਓ ਤੇ 84 ਮਿਲੀ ਪਈ ਹੈ। ਉਹ ਤੇ ਮੰਗਣ ਦੀ ਲੋੜ ਹੀ ਨਹੀਂ, ਉਹ ਤੇ ਆਪਣੇ ਆਪ ਹੀ ਮਿਲ ਜਾਣੀ ਤੁਹਾਨੂੰ। ਠੀਕ ਹੈ ਨਾ ਜੱਜ ਸਾਹਿਬ, ਅੱਜ ਦੀ ਵਿਚਾਰ ਇੱਥੇ ਸਮਾਪਤ ਕਰ। ਹਾਂਜੀ ਬਿਲਕੁਲ, ਵਧੀਆ ਜੀ। ਕੁਛ ਕਹਿਣਾ? ਨਾ ਬਸ ਬਿਲਕੁਲ ਠੀਕ ਹੈ ਜੀ। ਠੀਕ ਹੈ ਸਾਧ ਸੰਗਤ ਜੀ, ਅੱਜ ਵਿਚਾਰ ਥੋੜੀ ਜਿਹੀ ਟੈਕਨੀਕਲ ਨਹੀਂ ਸੀ, ਚਲੋ ਇੱਧਰ ਦੀਆਂ ਗੱਲਾਂ ਸਨ। ਕਈ ਵਾਰੀ ਉਹ ਗੱਲਾਂ ਕਰਨੀਆਂ ਜ਼ਰੂਰੀ ਆ। ਦੇਖੋ, ਕੋਈ ਵੀ ਸੰਗੀਤ ਜਦੋਂ ਆਪਾਂ ਸਿੱਖਦੇ ਆ ਨਾ, ਉੱਥੇ ਟਾਈਮ ਲੱਗਦਾ। ਤੁਸੀਂ ਸ਼ੁਰੂ ਚ ਨਾ ਤੁਸੀਂ ਹਾਰਮੋਨੀਆ ਚਲਾਉਣਾ ਸਿੱਖੋ। ਮੈਂ ਲਿਆਂਦੇ ਆ, ਪਹਿਲਾਂ ਵੀ ਲਿਆਂਦਾ ਸੀ, ਉਹ ਕਿਸੇ ਨੂੰ ਦੇ ਦਿੱਤਾ। ਮੁੰਡਾ ਕਹਿੰਦਾ ਸੀ ਮੈਂ ਰਿਆਜ਼ ਕਰਦਾ, ਮੈਂ ਚੱਲ ਤੂੰ ਲੈ ਜਾ। ਫਿਰ ਲਿਆਂਦਾ ਮੈਂ। ਸ਼ੁਰੂ ਚ ਨਹੀਂ ਪਤਾ ਲੱਗਦਾ।